ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ 9th ਸਾਇੰਸ ਲੈਸਨ ਨੰਬਰ 12 ਸਾਊਂਡ ਧੁਨੀ ਨੂੰ ਐਕਸਪਲੇਨ ਕਰਨ ਜਾ ਰਿਹਾ ਹਾਂ ਅਤੇ ਇਸ ਦੀ ਫੁੱਲ ਐਕਸਰਸਾਈਜ਼ ਜੋ ਹੈ ਸੋਲਵਡ ਐਂਡ ਐਕਸਪਲੇਨ ਕੀਤੀ ਹੋਈ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਇਸ ਕਰਕੇ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ। ਲੈਸਨ ਨੰਬਰ 12 ਸਾਊਂਡ ਧੁਨੀ ਕੀ ਹੁੰਦੀ ਹੈ ਬੇਟੇ? ਧੁਨੀ ਇਹ ਇੱਕ ਪ੍ਰਕਾਰ ਦੀ ਹਲਚਲ ਭਾਵ ਕਿ ਜਾਂ ਮਾਧਿਅਮ ਦੇ ਕਿਸੇ ਤਰ੍ਹਾਂ ਦਾ ਇੱਕ ਕੰਪਨ ਆ ਜਿਹਦੇ ਵਿੱਚ ਕਣ ਜਿਹੜੇ ਅੱਗੇ ਤੋਂ ਅੱਗੇ ਕੰਪਨ ਕਰਦੇ ਚੱਲਦੇ ਆ ਤੇ ਇਹਨਾਂ ਨੂੰ ਕੰਪਨ ਕਰਨ ਲਈ ਕਿਸੇ ਨਾ ਕਿਸੇ ਮਾਧਿਅਮ ਦੀ ਲੋੜ ਹੁੰਦੀ ਆ। ਭਲਾ ਬੇਸ਼ੱਕ ਉਹ ਹਵਾ ਹੋਵੇ, ਪਾਣੀ ਹੋਵੇ ਜਾਂ ਸਾਡਾ ਕਹਿਣ ਦਾ ਭਾਵ ਆਪਣਾ ਸੋਲਿਡ ਠੋਸ ਹੋਵੇ ਕੋਈ ਵੀ, ਠੀਕ ਹੈ। ਤੇ ਆਪਾਂ ਜਿਹੜਾ ਇਹਨਾਂ ਦੇ ਉਸ ਹਿਸਾਬ ਨਾਲ ਇਹਦੀ ਜਿਹੜੀ ਧੁਨੀ ਦੀ ਚਾਲ ਬਣਦੀ ਆ, ਸਪੀਡ ਹੁੰਦੀ ਆ ਕਿ ਘਟਦੀ ਵੱਧਦੀ ਆ, ਹਰੇਕ ਮਾਧਿਅਮ ਵਿੱਚ ਅਲੱਗ-ਅਲੱਗ ਹੁੰਦੀ ਆ। ਪਰ ਕੋਈ ਨਾ ਕੋਈ ਮਾਧਿਅਮ ਹੋਣਾ ਜ਼ਰੂਰੀ ਹੈ ਜਿਹੜਾ ਖਲਾ ਆ ਉਹਦੇ ਵਿੱਚ ਧੁਨੀ ਜਾਂ ਸਾਊਂਡ ਨਹੀਂ ਚੱਲ ਸਕਦੀ। ਇਸ ਨਾਲ ਰਿਲੇਟਡ ਕੁਐਸਚਨ ਆਨਸਰ ਆ। ਕੁਐਸਚਨ ਨੰਬਰ 1, ਕਿਸੇ ਮਾਧਿਅਮ ਵਿੱਚ ਕੰਪਨ ਕਰਦੀ ਵਸਤੂ ਦੁਆਰਾ ਉਤਪੰਨ ਹੋਈ ਧੁਨੀ ਤੁਹਾਡੇ ਕੰਨਾਂ ਤੱਕ ਕਿਵੇਂ ਪਹੁੰਚਦੀ ਹੈ? ਉੱਤਰ ਹੈ ਕੰਪਨ ਕਰਦੀ ਵਸਤੂ ਮਾਧਿਅਮ ਦੇ ਕਣ ਨੂੰ ਕੰਪਨ ਕਰਨ ਲਗਾ ਦਿੰਦੀ ਹੈ। ਭਾਵ ਉਹਦੇ ਨਾਲ ਕੰਪਨ ਕਰਨ ਲੱਗ ਪੈਂਦੇ ਆ ਮਾਧਿਅਮ ਦੇ ਕਣ ਜਿਹੜੇ ਆ, ਤੇ ਇਹ ਮਾਧਿਅਮ ਦੇ ਕਣ ਅਗਲੇ ਕਣਾਂ ਨੂੰ ਕੰਪਨ ਕਰਨ ਲਗਾ ਦਿੰਦੇ ਹਨ ਅਤੇ ਇਸ ਤਰ੍ਹਾਂ ਮਾਧਿਅਮ ਦੇ ਕਣਾਂ ਦਾ ਕੰਪਨ ਸਾਡੇ ਕੰਨਾਂ ਤੱਕ ਪਹੁੰਚ ਜਾਂਦਾ ਹੈ। ਪ੍ਰਸ਼ਨ ਨੰਬਰ 2, ਤੁਹਾਡੇ ਸਕੂਲ ਦੀ ਘੰਟੀ ਧੁਨੀ ਕਿਵੇਂ ਪੈਦਾ ਕਰਦੀ ਹੈ? ਵਿਆਖਿਆ ਕਰੋ। ਉੱਤਰ, ਜਦੋਂ ਅਸੀਂ ਹਥੌੜੇ ਨੂੰ ਸਕੂਲ ਦੀ ਘੰਟੀ ਨਾਲ ਟਕਰਾਉਂਦੇ ਹਾਂ ਤਾਂ ਇਹ ਕੰਪਨ ਕਰਨ ਲੱਗ ਜਾਂਦੀ ਹੈ ਜਿਸ ਨਾਲ ਧੁਨੀ ਪੈਦਾ ਹੁੰਦੀ ਹੈ। ਪ੍ਰਸ਼ਨ ਨੰਬਰ 3, ਧੁਨੀ ਤਰੰਗਾਂ ਨੂੰ ਯੰਤਰਿਕ ਤਰੰਗਾਂ ਕਿਉਂ ਕਹਿੰਦੇ ਹਨ? ਉੱਤਰ, ਕਿਉਂਕਿ ਧੁਨੀ ਤਰੰਗਾਂ ਦੇ ਸੰਚਾਰ ਲਈ ਹਮੇਸ਼ਾ ਕਿਸੇ ਪਦਾਰਥਮਈ ਮਾਧਿਅਮ ਦੀ ਜ਼ਰੂਰਤ ਹੈ। ਪ੍ਰਸ਼ਨ ਨੰਬਰ 4, ਮੰਨ ਲਓ ਕਿ ਤੁਸੀਂ ਆਪਣੇ ਮਿੱਤਰ ਨਾਲ ਚੰਦਰਮਾ ਉੱਤੇ ਗਏ ਹੋ। ਕੀ ਤੁਸੀਂ ਆਪਣੇ ਮਿੱਤਰ ਦੁਆਰਾ ਉਤਪੰਨ ਧੁਨੀ ਭਾਵ ਕੀਤੀ ਹੋਈ ਗੱਲਬਾਤ ਤੁਹਾਨੂੰ ਸੁਣ ਜਾਵੇਗੀ? ਸੁਣ ਸਕਦੇ ਹੋ। ਉੱਤਰ ਹੈ ਮਾਧਿਅਮ ਉੱਤੇ ਵਾਯੂਮੰਡਲ ਦੀ ਅਣਹੋਂਦ ਕਾਰਨ ਧੁਨੀ ਦਾ ਸੰਚਾਰ ਨਹੀਂ ਹੋ ਸਕਦਾ। ਭਾਵ ਕਿ ਉੱਥੇ ਕੋਈ ਵੀ ਮਾਧਿਅਮ ਨਹੀਂ ਹੈ। ਖਲਾ ਜਿਹਨੂੰ ਕਹਿੰਦੇ ਆਪਾਂ ਸਪੇਸ ਦੇ ਵਿੱਚ ਕੋਈ ਵੀ ਮਾਧਿਅਮ ਨਾ ਹੋਣ ਕਰਕੇ ਸਾਨੂੰ ਜਿਹੜੀ ਕੋਈ ਵੀ ਆਵਾਜ਼ ਆ ਧੁਨੀ ਦੀ ਦਾ ਸੰਚਾਰ ਨਹੀਂ ਹੋ ਸਕਦਾ, ਨਹੀਂ ਸੁਣੇਗਾ। ਇਸ ਲਈ ਅਸੀਂ ਆਪਣੇ ਮਿੱਤਰ ਦੁਆਰਾ ਉਤਪੰਨ ਧੁਨੀ ਚੰਦਰਮਾ ਉੱਤੇ ਨਹੀਂ ਸੁਣ ਸਕਦੇ ਕਿਉਂਕਿ ਉੱਥੇ ਕੋਈ ਵੀ ਮੀਡੀਅਮ ਜਾਂ ਮਾਧਿਅਮ ਨਹੀਂ ਹੈ। ਪ੍ਰਸ਼ਨ ਨੰਬਰ 5, ਤਰੰਗ ਦਾ ਕਿਹੜਾ ਗੁਣ ਹੇਠ ਦਿੱਤਿਆਂ ਨੂੰ ਨਿਰਧਾਰਿਤ ਕਰਦਾ ਹੈ? ਨੰਬਰ ਊੜਾ ਹੈ ਉੱਚਾਪਨ ਤੇ ਐੜਾ ਤਿੱਖਾਪਨ। ਉੱਚਾਪਨ ਕੀ ਆ? ਧੁਨੀ ਤਰੰਗ ਦਾ ਆਯਾਮ। ਤਿੱਖਾਪਨ ਕੀ ਆ? ਧੁਨੀ ਤਰੰਗ ਦੀ ਆਵਿਰਤੀ। ਭਾਵ ਜਿੰਨੀ ਆਵਿਰਤੀ ਜ਼ਿਆਦਾ ਹੋਏਗੀ ਧੁਨੀ ਉਨੀ ਹੀ ਤਿੱਖੀ ਹੋਏਗੀ। ਤੇ ਕਿਸੇ ਚੀਜ਼ ਦਾ ਆਯਾਮ ਭਾਵ ਤਰੰਗ ਲੰਬਾਈ ਦਾ ਜਿਹੜਾ ਉਚਾਈ ਆ ਜਿਹੜੀ ਤਰੰਗ ਬਣਦੀ ਆ ਉਹਦਾ ਉੱਪਰ ਨੂੰ ਜੋ ਉਚਾਈ ਬਣਦੀ ਹੈ ਕਿੰਨੀ ਹੈ ਉਹ ਉਹਦਾ ਉੱਚਾਪਨ ਹੈ, ਉਹ ਉਸਦਾ ਆਯਾਮ ਬਣਦਾ ਹੈ। ਪ੍ਰਸ਼ਨ ਨੰਬਰ 6, ਅਨੁਮਾਨ ਲਗਾਓ ਕਿ ਹੇਠ ਦਿੱਤਿਆਂ ਵਿੱਚ ਕਿਹੜੀ ਧੁਨੀ ਦਾ ਤਿੱਖਾਪਨ ਜ਼ਿਆਦਾ ਹੈ? ਊੜਾ ਗਿਟਾਰ ਜਾਂ ਕਾਰ ਦਾ ਹੌਰਨ। ਇਹਨਾਂ ਵਿੱਚੋਂ ਗਿਟਾਰ ਦੀ ਧੁਨੀ ਵੱਧ ਤਿੱਖੀ ਹੁੰਦੀ ਹੈ ਕਿਉਂਕਿ ਇਸ ਦੀ ਆਵਿਰਤੀ ਜ਼ਿਆਦਾ ਹੁੰਦੀ ਹੈ। ਪ੍ਰਸ਼ਨ ਨੰਬਰ 7, ਕਿਸੇ ਧੁਨੀ ਤਰੰਗ ਦੀ ਤਰੰਗ ਲੰਬਾਈ, ਆਵਿਰਤੀ, ਆਵਰਤ ਕਾਲ ਅਤੇ ਆਯਾਮ ਤੋਂ ਕੀ ਭਾਵ ਹੈ? ਉੱਤਰ, ਤਰੰਗ ਲੰਬਾਈ ਬੇਟੇ ਇਸ ਨੂੰ ਆ ਜਿਹੜਾ ਉਲਟੀ ਵਾਈ ਹੈ ਇਹਨੂੰ ਲੈਂਬਡਾ ਕਹਿੰਦੇ ਆ। ਲੈਂਬਡਾ ਨਾਲ ਨੋਟ ਕਰਦੇ ਆ। 2 ਕਰਮ ਬਾਰ ਨਪੀੜਨ ਭਾਵ ਜਿਹੜੇ ਤਰੰਗ ਬਣਦੀਆਂ ਨਾ ਉੱਪਰ ਨੂੰ ਉਚਾਈ ਜਾਂ ਨਪੀੜਨ ਭਾਵ ਜਦੋਂ ਬਿਲਕੁਲ ਇਕੱਠੀਆਂ ਹੋਈਆਂ ਹੁੰਦੀਆਂ ਉਹ ਤੁਸੀਂ ਆਪਣੀ ਬੁੱਕ ਦੇ ਵਿੱਚ ਦੇਖੋ ਡਾਇਗਰਾਮ ਬਣੇ ਹੋਏ ਆ ਤਰੰਗ ਦੇ, ਨਪੀੜਨ ਤੇ ਨਖੇੜਨ, ਠੀਕ ਹੈ। ਨਪੀੜਨ ਤੇ ਜਾਂ ਵਿਰਲਨ ਵੀ ਕਹਿੰਦੇ ਇਹਨੂੰ ਆਪਾਂ। ਕੰਪਰੈਸ਼ਨ, ਸੀ ਦਾ ਮਤਲਬ ਕੰਪਰੈਸ਼ਨ। ਨਪੀੜਨਾ ਦਾ ਜਾਂ 2 ਕਰਮਵਾਰ ਨਖੇੜਨਾ ਭਾਵ ਕਿ ਵਿਰਲਨ ਦੇ ਵਿਚਕਾਰ ਦੀ ਦੂਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ। ਇਸ ਦੀ ਇਕਾਈ ਮੀਟਰ ਹੈ। ਐੜਾ ਆਵਿਰਤੀ ਜਾਂ ਫ੍ਰੀਕੁਐਂਸੀ, ਇਕਾਈ ਸਮੇਂ ਵਿੱਚ ਕਿਸੇ ਬਿੰਦੂ ਵਿੱਚੋਂ ਲੰਘ ਰਹੇ ਡੋਲਨਾਂ ਦੀ ਸੰਖਿਆ ਨੂੰ ਆਵਿਰਤੀ ਕਹਿੰਦੇ ਹਨ। ਇਸ ਦੀ ਇਕਾਈ ਹਰਟਜ਼ ਹੈ। ਈਡੀ ਆਵਰਤ ਕਾਲ ਭਾਵ ਇਸ ਨੂੰ ਟੀ ਨਾਲ ਨੋਟ ਕਰਦੇ ਹਾਂ। ਟਾਈਮ ਪੀਰੀਅਡ ਜਿਹਨੂੰ ਕਹਿੰਦੇ ਆਪਾਂ। ਕਿਸੇ ਬਿੰਦੂ ਵਿੱਚੋਂ 2 ਲਗਾਤਾਰ ਨਪੀੜਨਾ ਜਾਂ ਨਖੇੜਨਾ ਦੇ ਲੰਘਣ ਵਿੱਚ ਲੱਗੇ ਸਮੇਂ ਨੂੰ
ਅਵਰਤਕਾਲ ਕਹਿੰਦੇ ਹਨ। ਇਸ ਦੀ ਇਕਾਈ ਸੈਕਿੰਡ ਹੈ। ਆਯਾਮ ਜਾਂ ਐਂਪਲੀਟਿਊਡ ਕਿਸੇ ਮਾਧਿਅਮ ਵਿੱਚ ਮੱਧ ਸਥਿਤੀ ਦੇ ਦੋਵੇਂ ਪਾਸੇ ਅਧਿਕਤਮ ਵਿਸਥਾਪਨ ਨੂੰ ਤਰੰਗ ਦਾ ਆਯਾਮ ਕਹਿੰਦੇ ਹਨ। ਇਸ ਦੀ ਇਕਾਈ ਵੀ ਜੋ ਯੂਨਿਟ ਹੈ ਮੀਟਰ ਹੈ। ਪ੍ਰਸ਼ਨ ਨੰਬਰ 8 ਕਿਸੇ ਧੁਨੀ ਤਰੰਗ ਦੀ ਤਰੰਗ ਲੰਬਾਈ ਅਤੇ ਆਵਿਰਤੀ ਉਸ ਦੇ ਵੇਗ ਨਾਲ ਕਿਵੇਂ ਸੰਬੰਧ ਹੈ? ਵੇਗ ਬਰਾਬਰ ਹੁੰਦਾ ਹੈ ਬੇਟੇ ਤਰੰਗ ਲੰਬਾਈ ਇਨਟੂ ਆਵਿਰਤੀ, ਭਾਵ ਕਿ ਵੇਵਲੈਂਥ ਇਨਟੂ ਫ੍ਰੀਕੁਐਂਸੀ। ਪ੍ਰਸ਼ਨ ਨੰਬਰ 9 ਕਿਸੇ ਦਿੱਤੇ ਗਏ ਮਾਧਿਅਮ ਵਿੱਚ ਇੱਕ ਧੁਨੀ ਤਰੰਗ ਦੀ ਆਵਿਰਤੀ 220 ਹਰਟਜ਼ ਹੈ ਅਤੇ ਵੇਗ 440 ਮੀਟਰ ਪਰ ਸੈਕਿੰਡ ਹੈ। ਇਸ ਤਰੰਗ ਦੀ ਤਰੰਗ ਲੰਬਾਈ ਪਤਾ ਕਰੋ। ਆਵਿਰਤੀ ਐਫ ਬਰਾਬਰ ਹੁੰਦੀ ਹੈ 220 ਹਰਟਜ਼। ਧੁਨੀ ਦਾ ਆਵਿਰਤ ਦਿੱਤਾ ਹੈ ਉਹਨਾਂ ਨੇ ਸਾਨੂੰ 440, ਤੇ ਇਸ ਕਰਕੇ ਤਰੰਗ ਦੀ ਲੰਬਾਈ ਬਰਾਬਰ ਕਾਹਦੇ ਆਊਗਾ? ਇਹ ਹੁੰਦਾ ਹੈ ਆਵਿਰਤੀ ਬਟਾ ਐਫ। ਠੀਕ ਹੈ, ਆਵਿਰਤੀ ਬਟਾ ਐਫ, ਭਾਵ ਕਿ ਕਿੰਨੀ ਆ ਦਿੱਤੀ ਸਾਨੂੰ? ਧੁਨੀ ਦਾ ਵੇਗ 440 ਤੇ ਆਵਿਰਤੀ ਕਿੰਨੀ ਦਿੱਤੀ ਹੈ? ਐਫ ਮਤਲਬ ਆਵਿਰਤੀ। ਠੀਕ ਹੈ, ਕਿੰਨੀ ਹੈ? 220 ਦਿੱਤੀ ਆ, ਤੇ ਆਪਾਂ ਜਦੋਂ ਇਹਨੂੰ ਕਟਿੰਗ ਕੀਤੀ ਤਾਂ ਉਹ ਕਿੰਨਾ ਆ ਗਿਆ? 2 ਮੀਟਰ ਆਂਸਰ ਆ ਗਿਆ। ਪ੍ਰਸ਼ਨ ਨੰਬਰ 10 ਕਿਸੇ ਧੁਨੀ ਸਰੋਤ ਤੋਂ 450 ਮੀਟਰ ਦੀ ਦੂਰੀ ਤੇ ਬੈਠਾ ਹੋਇਆ ਕੋਈ ਮਨੁੱਖ 500 ਹਰਟਜ਼ ਦੀ ਧੁਨੀ ਸੁਣਦਾ ਹੈ। ਸਰੋਤ ਤੋਂ ਮਨੁੱਖ ਤੱਕ ਪਹੁੰਚਣ ਵਾਲੇ ਦੋ ਕ੍ਰਮਬੱਧ ਨਪੀੜਨਾਂ ਵਿੱਚ ਕਿੰਨਾ ਸਮਾਂ ਅੰਤਰਾਲ ਹੋਵੇਗਾ? ਆਵਿਰਤੀ 500 ਹਰਟਜ਼ ਤੇ ਦੋ ਨਪੀੜਨਾਂ ਵਿੱਚ ਸਮਾਂ ਅੰਤਰਾਲ ਕਿੰਨਾ ਹੋਏਗਾ? ਵਰਤਕਾਲ ਬਰਾਬਰ ਹੁੰਦਾ ਹੈ ਸਾਨੂੰ ਪਤਾ ਹੈ 1/f। ਠੀਕ ਹੈ, ਤੇ ਐਫ ਕਿੰਨਾ ਦਿੱਤਾ ਹੈ ਸਾਨੂੰ? 500 ਮੀਟਰ। ਇਹਦਾ ਮਤਲਬ ਇਹਨੂੰ ਜਦੋਂ ਆਪਾਂ ਕੱਟ ਕੀਤਾ ਤਾਂ ਇਹ ਆ ਗਿਆ 0.002 ਸੈਕਿੰਡ, ਆਂਸਰ ਆ ਜਾਏਗਾ। ਪ੍ਰਸ਼ਨ ਨੰਬਰ 11 ਧੁਨੀ ਦਾ ਉੱਚਾਪਨ ਅਤੇ ਤੀਬਰਤਾ ਵਿੱਚ ਅੰਤਰ ਦੱਸੋ। ਧੁਨੀ ਦਾ ਉੱਚਾਪਨ ਤੇ ਧੁਨੀ ਦੀ ਤੀਬਰਤਾ। ਉੱਚਾਪਨ ਦੱਸਦਾ ਹੈ ਕਿ ਕੋਈ ਧੁਨੀ ਕਿਸੇ ਸਰੋਤੇ ਨੂੰ ਕਿੰਨੀ ਉੱਚੀ ਜਾਂ ਧੀਮੀ ਸੁਣਦੀ ਹੈ। ਧੁਨੀ ਦੀ ਤੀਬਰਤਾ ਧੁਨੀ ਦੁਆਰਾ ਲਿਜਾਈ ਜਾ ਰਹੀ ਇਕਾਈ ਖੇਤਰਫਲ ਵਿੱਚ ਊਰਜਾ ਨੂੰ ਕਹਿੰਦੇ ਹਨ। ਪ੍ਰਸ਼ਨ ਨੰਬਰ 2 ਉੱਚਾਪਨ ਧੁਨੀ ਦੇ ਆਯਾਮ ਉੱਤੇ ਨਿਰਭਰ ਕਰਦਾ ਹੈ ਤੇ ਤੀਬਰਤਾ ਧੁਨੀ ਦੀ ਆਵਿਰਤੀ ਨਿਰਧਾਰਿਤ ਕਰਦੀ ਹੈ। ਉੱਚਾਪਨ ਦੀ ਇਕਾਈ ਡੈਸੀਬਲ ਹੈ। ਤੀਬਰਤਾ ਦੀ ਇਕਾਈ ਵਾਟ ਪ੍ਰਤੀ ਵਰਗ ਮੀਟਰ ਹੈ। ਪ੍ਰਸ਼ਨ ਨੰਬਰ 12 ਹਵਾ, ਪਾਣੀ ਜਾਂ ਲੋਹੇ ਵਿੱਚੋਂ ਕਿਸ ਮਾਧਿਅਮ ਵਿੱਚ ਧੁਨੀ ਸਭ ਤੋਂ ਤੇਜ਼ ਚੱਲ ਸਕਦੀ ਹੈ? ਬੇਟੇ ਠੋਸ ਲੋਹੇ ਵਿੱਚ, ਕਿਉਂਕਿ ਆਮ ਜਿਹੜਾ ਠੋਸ ਆ ਆਪਾਂ ਦੇਖਦੇ ਸੁਣਦੇ ਆ ਕਿ ਜਦੋਂ ਜਿਹੜੀ ਰੇਲ ਦੀ ਪਟੜੀ ਆ, ਜਦੋਂ ਸਾਨੂੰ ਟ੍ਰੇਨ ਦੀ ਆਵਾਜ਼ ਦੂਰੋਂ ਨਹੀਂ ਵੀ ਸੁਣਦੀ ਹੁੰਦੀ, ਜਦੋਂ ਆਪਾਂ ਟ੍ਰੇਨ ਦੀ ਪਟੜੀ ਨੂੰ ਅਗਰ ਲਾਗੇ ਕੰਨ ਕਰਕੇ ਸੁਣਦੇ ਆ ਤਾਂ ਸਾਨੂੰ ਦੂਰੋਂ ਆਵਾਜ਼ ਉਹਦੀ ਸੁਣਾਈ ਦੇਣ ਲੱਗ ਪੈਂਦੀ ਆ, ਕਿਉਂਕਿ ਠੋਸ ਜਿਹੜੇ ਆ ਉਹਨਾਂ ਵਿੱਚ ਜਿਹੜਾ ਧੁਨੀ ਦੀ ਜਿਹੜੀ ਚਾਲ ਤੇਜ਼ ਆ, ਸਪੀਡ ਜ਼ਿਆਦਾ ਆ। ਪ੍ਰਸ਼ਨ ਨੰਬਰ 13 ਕੋਈ ਗੂੰਜ 3 ਸੈਕਿੰਡ ਬਾਅਦ ਸੁਣਾਈ ਦਿੰਦੀ ਹੈ। ਜੇਕਰ ਧੁਨੀ ਦੀ ਚਾਲ 342 ਮੀਟਰ ਪਰ ਸੈਕਿੰਡ ਹੋਵੇ ਤਾਂ ਸਰੋਤ ਅਤੇ ਪਰਾਵਰਤਿਤ ਸਤ੍ਹਾ ਦੇ ਵਿਚਕਾਰ ਕਿੰਨੀ ਦੂਰੀ ਹੋਵੇਗੀ? ਬੇਟੇ ਨਿਊਮੈਰੀਕਲ ਕੱਢਣਾ ਤੁਸੀਂ। ਇਹ 'ਚ ਦਿੱਤਾ ਹੋਇਆ ਸਮਾਂ ਵੀ ਦਿੱਤਾ ਹੋਇਆ ਸਾਨੂੰ, ਧੁਨੀ ਦੀ ਚਾਲ ਵੀ ਦਿੱਤੀ ਹੋਈ ਹੈ, ਤੇ ਮੰਨ ਲਓ ਪਰਿਵਰਤਕ ਸਤ੍ਹਾ ਅਤੇ ਸਰੋਤ ਵਿਚਕਾਰ ਦੂਰੀ ਬਰਾਬਰ s ਮੰਨ ਲਿਆ ਆਪਾਂ, ਤੇ ਇਹ ਫਾਰਮੂਲਾ ਹੁਣ ਲਗਾਇਆ। ਹੁਣ ਚਾਲ ਬਰਾਬਰ ਜਿਹੜੀ ਆ ਦੂਰੀ ਬਟਾ ਸਮਾਂ, ਤੇ ਇਸ ਹਿਸਾਬ ਨਾਲ ਆਪਾਂ ਜਿਹੜਾ ਸਾਨੂੰ ਚਾਲ ਦਿੱਤੀ ਹੋਈ ਆ, ਦੂਰੀ ਦਿੱਤੀ ਹੋਈ, ਦੂਰੀ ਨੂੰ ਆਪਾਂ ਮੰਨ ਲਿਆ 2s। ਠੀਕ ਹੈ, ਧੁਨੀ ਦੁਆਰਾ ਤੈਅ ਕੀਤੀ ਹੈ ਦੂਰੀ, ਕਿਉਂਕਿ ਪਰਿਵਰਤਕ ਸਤ੍ਹਾ ਤੇ ਸਰੋਤ ਵਿਚਕਾਰ ਦੂਰੀ s ਆ, ਤੇ ਧੁਨੀ ਦੁਆਰਾ ਕਿਉਂਕਿ ਪਹਿਲੇ ਹੁਣ ਜਾਣਾ ਹੈ ਤੇ ਵਾਪਸ ਫਿਰ ਆਉਣਾ ਹੈ, ਤੇ ਇਸ ਕਰਕੇ ਡਬਲ ਕਰ ਦਿੱਤਾ, 2s ਕਰ ਦਿੱਤਾ ਇਹਨੂੰ। ਠੀਕ ਹੈ, ਤੇ 2s ਬਰਾਬਰ ਆ ਗਿਆ 200। ਇਹਨੂੰ ਆਪਾਂ ਅੱਗੇ ਕਟਿੰਗ ਕੀਤੀ ਇਹਦੀ। ਠੀਕ ਹੈ, ਤਾਂ ਅੱਗੇ ਜਾ ਕੇ ਕੰਪਲੀਟ ਹੋ ਜਾਣਾ ਨਿਊਮੈਰੀਕਲ। ਅਗਲੇ ਪੇਜ ਤੇ ਨੈਕਸਟ ਦੇਖੋ। ਪ੍ਰਸ਼ਨ ਨੰਬਰ 14 ਕੰਸਰਟ ਹਾਲ ਦੀਆਂ ਛੱਤਾਂ ਬਕਰਾਕਾਰ ਕਿਉਂ ਹੁੰਦੀਆਂ ਹਨ? ਕੰਸਰਟ ਹਾਲ ਬੇਟੇ ਵੱਡੇ ਵੱਡੇ ਜਿਹੜੇ ਹਾਲ ਆ, ਜਿੱਦਾਂ ਸਿਨੇਮਾ ਹਾਲ ਜਾਂ ਕਹਿ ਲਓ, ਜਾਂ ਦੂਸਰੇ ਕਹਿ ਲਓ ਵੱਡੇ ਵੱਡੇ ਥੀਏਟਰ ਜਿਹੜੇ ਆ, ਜਾਂ ਜਿੱਥੇ ਵੱਡੇ ਵੱਡੇ ਆਡੀਟੋਰੀਅਮ ਆ, ਉਹਨਾਂ ਦੀਆਂ ਛੱਤਾਂ ਜਿਹੜੀਆਂ ਆ ਬਕਰਾਕਾਰ, ਭਾਵ ਇਸ ਤਰ੍ਹਾਂ ਗੋਲਾਈ 'ਚ ਬਣੀਆਂ ਹੁੰਦੀਆਂ ਉੱਪਰੋਂ। ਠੀਕ ਹੈ, ਕਿਉਂਕਿ ਛੱਤਾਂ ਤੋਂ ਪਰਿਵਰਤਿਤ ਹੋ ਕੇ ਧੁਨੀ ਹਾਲ ਦੇ ਸਾਰੇ ਭਾਗਾਂ ਤੱਕ ਇੱਕੋ ਜਿਹੀ ਪਹੁੰਚੇ, ਤਾਂ ਕਿ ਜਿਹੜੀ ਸਾਡੀ ਧੁਨੀ ਆ ਸਾਰੇ ਸਰੋਤਿਆਂ ਤੱਕ ਇੱਕੋ ਜਿਹੀ ਪਹੁੰਚੇ, ਇਸ ਕਰਕੇ ਬਕਰਾਕਾਰ ਉਹਦੀਆਂ ਛੱਤਾਂ ਬਣਾਈਆਂ ਹੁੰਦੀਆਂ ਹਨ। ਪ੍ਰਸ਼ਨ ਨੰਬਰ 15 ਆਮ ਮਨੁੱਖ ਲਈ ਸੁਣਨਯੋਗ ਸੀਮਾ ਕੀ ਹੁੰਦੀ ਹੈ? ਮੈਂ ਅੱਗੇ ਵੀ ਆਪਾਂ ਗੱਲ ਕੀਤੀ ਸੀ ਪਿਛਲੇ ਲੈਸਨਾਂ ਵਿੱਚ ਵੀ। 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਦੀ ਸੀਮਾ ਨੂੰ ਆਪਾਂ ਸੁਣ ਸਕਦੇ ਹਾਂ। ਨਾ ਤਾਂ 20 ਹਰਟਜ਼ ਤੋਂ ਘੱਟ ਵਾਲੀਆਂ ਨੂੰ ਸੁਣ ਸਕਦੇ, ਨਾ ਹੀ 20,000 ਤੋਂ ਵੱਧ ਤੱਕ ਦੀਆਂ, ਤੇ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਦੇ ਵਿਚਲੀ ਰੇਂਜ ਸਾਰੀਆਂ ਧੁਨੀਆਂ ਜਿਹੜੀਆਂ ਆਪਾਂ ਸੁਣ ਸਕਦੇ ਹਾਂ।
ਅਗਲਾ ਕੁਐਸਚਨ ਹੈ ਨੀਮ ਧੁਨੀ ਤੇ ਪ੍ਰਾ ਧੁਨੀ ਕੀ ਹੁੰਦੀ ਆ। ਬੇਟੇ ਜਿਹੜੀ ਆਪਾਂ ਜਿਹਨਾਂ ਨੂੰ ਨਹੀਂ ਸੁਣ ਸਕਦੇ, ਦੋਨਾਂ ਧੁਨੀਆਂ ਨੂੰ ਆਪਾਂ ਨਹੀਂ ਸੁਣ ਸਕਦੇ। ਨੀਮ ਧੁਨੀ ਨੂੰ ਵੀ ਜਿਹੜੀ 20 ਹਰਟਜ਼ ਤੋਂ ਘੱਟ ਹੋਏਗੀ ਉਹ ਨੀਮ ਧੁਨੀ ਹੋ ਗਈ, ਤੇ ਜਿਹੜੀ 20,000 ਹਰਟਜ਼ ਜਾਂ ਕਹਿ ਲਓ 20 kH ਕੇ ਮਤਲਬ ਕਿਲੋ ਹਰਟਜ਼, 20 ਕਿਲੋ ਹਰਟਜ਼ ਕਹਿ ਲਓ ਜਾਂ 20,000 ਹਰਟਜ਼ ਕਹਿ ਲਓ ਤੋਂ ਵੱਧ ਜਿਹੜੇ ਉਹਨੂੰ ਕਹਿੰਦੇ ਪ੍ਰਾ ਧੁਨੀ ਆਪਾਂ ਅਲਟਰਾਸਾਊਂਡਸ, ਠੀਕ ਹੈ। ਨੀਮ ਧੁਨੀ ਨੂੰ ਕਹਿੰਦੇ ਆਪਾਂ ਇਨਫਰਾਸਾਊਂਡਸ, ਤੇ ਇਹਨਾਂ ਨੂੰ ਆਪਾਂ ਨਹੀਂ ਸੁਣ ਸਕਦੇ। ਪ੍ਰਸ਼ਨ ਨੰਬਰ 17, ਇੱਕ ਪਣਡੁੱਬੀ ਸੁਨਾਰ ਪ੍ਰਸਰਵਣ ਧੁਨੀ ਛੱਡਦਾ ਹੈ ਜਿਹੜੀ ਪਾਣੀ ਦੇ ਅੰਦਰ ਇੱਕ ਖੜੀ ਚਟਾਨ ਨਾਲ ਟਕਰਾ ਕੇ 1.02 ਸੈਕਿੰਡ ਮਗਰੋਂ ਵਾਪਸ ਆਉਂਦੀ ਹੈ। ਜੇਕਰ ਖਾਰੇ ਪਾਣੀ ਵਿੱਚ ਧੁਨੀ ਦੀ ਚਾਲ 1561 ਮੀਟਰ ਪਰ ਸੈਕਿੰਡ ਹੋਵੇ ਤਾਂ ਚਟਾਨ ਦੀ ਦੂਰੀ ਪਤਾ ਕਰੋ। ਹਾਂਜੀ, ਸਮਾਂ ਜਿਹੜਾ ਆ t ਬਰਾਬਰ ਹੁੰਦਾ ਹੈ 1.02 ਸੈਕਿੰਡ, ਧੁਨੀ ਦੀ ਚਾਲ ਬਰਾਬਰ v ਬਰਾਬਰ 1531 ਮੀਟਰ ਪਰ ਸੈਕਿੰਡ। ਤੇ ਮੰਨ ਲਓ ਚਟਾਨ ਦੀ ਪਣਡੁੱਬੀ ਤੋਂ ਦੂਰੀ ਆਪਾਂ ਇਸ ਮੰਨ ਲਈ, ਤੇ ਧੁਨੀ ਪਹਿਲੇ ਜਾਏਗੀ ਵਾਪਸ ਤੇ ਫਿਰ ਆਏਗੀ, ਇਸ ਕਰਕੇ ਆਪਾਂ ਡਬਲ ਮੰਨਦੇ ਹਾਂ। ਉਹ ਹੋ ਗਿਆ ਅੱਗੇ 2s, ਠੀਕ ਹੈ। ਤੇ 2s ਤੋਂ ਬਾਅਦ ਅਗਲਾ ਦੇਖੋ, ਅਗਲੇ ਪੇਜ ਤੇ ਆ ਗਿਆ ਸਾਡਾ ਇਹਦੇ ਨਾਲ ਦਾ ਹਿੱਸਾ, ਚਾਲ ਬਰਾਬਰ ਕਾਹਦੇ ਹੁੰਦੀ, ਦੂਰੀ ਬਟਾ ਸਮਾਂ, ਤੇ ਇਸ ਹਿਸਾਬ ਨਾਲ ਆਪਾਂ ਜਿਹੜਾ ਸਾਡਾ ਇਹ ਨਿਊਮੈਰੀਕਲ ਸੋਲਵ ਹੋ ਗਿਆ। ਦੇਖੋ ਇਸ ਨੂੰ ਬਾਹਰ ਕੱਢ ਲੈਣਾ ਬਾਅਦ ਵਿੱਚ, ਠੀਕ ਹੈ। ਹਾਂਜੀ, ਅੱਗੇ ਆ ਗਿਆ ਅਭਿਆਸ ਦੇ ਪ੍ਰਸ਼ਨ ਉੱਤਰ। ਪ੍ਰਸ਼ਨ ਨੰਬਰ 1, ਧੁਨੀ ਕੀ ਹੈ ਅਤੇ ਇਹ ਕਿਵੇਂ ਉਤਪੰਨ ਹੁੰਦੀ ਹੈ। ਉੱਤਰ ਹੈ ਧੁਨੀ ਊਰਜਾ ਦਾ ਇੱਕ ਰੂਪ ਹੈ ਜੋ ਕੰਪਨ ਕਰਦੀਆਂ ਵਸਤੂਆਂ ਤੋਂ ਪੈਦਾ ਹੁੰਦੀ ਹੈ। ਪ੍ਰਸ਼ਨ ਨੰਬਰ 2, ਇੱਕ ਚਿੱਤਰ ਦੀ ਸਹਾਇਤਾ ਨਾਲ ਵਰਣਨ ਕਰੋ ਕਿ ਧੁਨੀ ਦੇ ਸਰੋਤ ਨੇੜੇ ਵਾਯੂ ਵਿੱਚ ਨਪੀੜਨ ਅਤੇ ਵਿਰਲਾ ਕਿਵੇਂ ਪੈਦਾ ਹੁੰਦੀਆਂ ਨੇ। ਦੇਖੋ ਆਪਾਂ ਪੜ੍ਹਿਆ ਸੀ ਰੇਅਰਫੈਕਸ਼ਨ ਤੇ ਕੰਪਰੈਸ਼ਨ, ਆਪਾਂ ਜਿਹੜੀ ਪਿੱਛੇ ਸੀ ਦੀ ਗੱਲ ਤੇ ਆਰ ਦੀ ਕੀਤੀ ਸੀ ਉਹ ਇਹ ਚਿੱਤਰ ਵਿੱਚ ਕਲੀਅਰ ਹੋ ਰਿਹਾ, ਡਾਇਗਰਾਮ ਦੇ ਵਿੱਚ ਦੇਖੋ। ਉੱਤਰ, ਜਦੋਂ ਕੰਪਨ ਕਰਦੀ ਵਸਤੂ ਅੱਗੇ ਵੱਲ ਜਾਂਦੀ ਹੈ ਤਾਂ ਉਹ ਮਾਧਿਅਮ ਦੇ ਕਣ ਨੇੜੇ ਨੇੜੇ ਆ ਜਾਂਦੇ ਹਨ। ਦੇਖੋ ਸੀ ਵਾਲਾ ਜਿਹੜਾ ਕੰਪਰੈਸ਼ਨ ਆ, ਨਪੀੜਨ ਜਿਹਨੂੰ ਕਹਿੰਦੇ, ਮਾਧਿਅਮ ਦੇ ਕਣ ਬਿਲਕੁਲ ਨੇੜੇ ਨੇੜੇ ਆ ਗਏ ਆ ਅਤੇ ਵੱਧ ਦਬਾਅ ਵਾਲਾ ਖੇਤਰ ਬਣਾ ਲੈਂਦੇ ਹਨ ਜਿਸ ਨੂੰ ਨਪੀੜਨ ਕਹਿੰਦੇ ਹਨ। ਇਹ ਵਸਤੂ ਦੀ ਸਤ੍ਹਾ ਤੋਂ ਦੂਰ ਚਲੀ ਜਾਂਦੀ ਹੈ। ਜਦੋਂ ਕੰਪਨ ਕਰਦੀ ਵਸਤੂ ਪਿੱਛੇ ਵੱਲ ਜਾਂਦੀ ਹੈ ਤਾਂ ਮਾਧਿਅਮ ਦੇ ਕਣ ਦੂਰ ਦੂਰ ਹੋ ਜਾਂਦੇ ਹਨ ਅਤੇ ਖੇਤਰ ਘੱਟ ਦਬਾਅ ਵਾਲਾ ਬਣਾ ਜਾਂਦਾ ਹੈ ਜਿਸ ਨੂੰ ਵਿਰਲਨ ਕਹਿੰਦੇ ਹਨ। ਇਹ ਨਪੀੜਨ ਅਤੇ ਵਿਰਲਾਂ ਮਾਧਿਅਮ ਦੇ ਕਣਾਂ ਵਿੱਚ ਕੰਪਨ ਕਰਦੇ ਹੋਏ ਅੱਗੇ ਵਧਦੀਆਂ ਹਨ। ਇਸ ਤਰ੍ਹਾਂ ਜਦੋਂ ਆਪਾਂ ਬਿਲਕੁਲ ਟਕਰਾਉਂਦਾ ਹੈ ਕੋਈ ਚੀਜ਼ ਤਾਂ ਉਹ ਕੰਪਰੈਸ਼ਨ ਬਣਦਾ, ਜਿੱਦਾਂ ਹੀ ਥੋੜੀ ਚੀਜ਼ ਪਿੱਛੇ ਹੁੰਦੀ ਕੰਪਨ ਕਰਕੇ ਉਹ ਕੀ ਆ, ਉਹ ਰੇਅਰਫੈਕਸ਼ਨ ਬਣ ਜਾਂਦਾ ਹੈ, ਵਿਰਲ ਬਣ ਜਾਂਦੀ ਹੈ, ਤੇ ਇਸ ਤਰ੍ਹਾਂ ਫਿਰ ਕੰਪਰੈਸ਼ਨ ਫਿਰ ਟਕਰਾਉਂਦੀ ਹੈ, ਫਿਰ ਪਿੱਛੇ ਅੜਦੀ ਹੈ। ਇਸ ਤਰ੍ਹਾਂ ਕੰਪਰੈਸ਼ਨ ਤੇ ਰੇਅਰਫੈਕਸ਼ਨ ਜਿਹੜੇ ਆ ਬਣਦੇ ਜਾਂਦੇ ਆ, ਤੇ ਇਸ ਤਰ੍ਹਾਂ ਅੱਗੇ ਧੁਨੀ ਤਰੰਗਾਂ ਅੱਗੇ ਤੋਂ ਅੱਗੇ ਚਲਦੀਆਂ ਰਹਿੰਦੀਆਂ ਹਨ ਅਤੇ ਇਸ ਤਰ੍ਹਾਂ ਜਿਹੜਾ ਅੱਗੇ ਤੋਂ ਅੱਗੇ ਧੁਨੀ ਦਾ ਸੰਚਾਰ ਹੁੰਦਾ ਰਹਿੰਦਾ ਹੈ। ਪ੍ਰਸ਼ਨ ਨੰਬਰ 3, ਕਿਹੜੇ ਪ੍ਰਯੋਗ ਨਾਲ ਇਹ ਦਰਸਾਇਆ ਜਾ ਸਕਦਾ ਹੈ ਕਿ ਧੁਨੀ ਸੰਚਾਰ ਦੇ ਲਈ ਪਦਾਰਥਮਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਭਾਵ ਕੋਈ ਨਾ ਕੋਈ ਮੀਡੀਅਮ ਜਿਹੜਾ ਆ ਉਹਦੀ ਲੋੜ ਹੁੰਦੀ ਹੈ। ਆਪਾਂ ਇਸ ਪ੍ਰਯੋਗ ਦੁਆਰਾ ਦਰਸਾਉਂਦੇ। ਦੇਖੋ ਉੱਤਰ, ਇੱਕ ਬਿਜਲੀ ਦੀ ਘੰਟੀ ਨੂੰ ਇੱਕ ਕੱਚ ਦਾ ਹਵਾਬੰਦ ਬੈਲਜ਼ਾਰ ਲਟਕਾਓ। ਬੈਲਜ਼ਾਰ ਵਿੱਚੋਂ ਹਵਾ ਨਿਕਾਸੀ ਪੰਪ ਨਾਲ ਹਵਾ ਬਾਹਰ ਕੱਢੋ। ਜਿਵੇਂ ਕਿ ਬੈਲਜ਼ਾਰ ਵਿੱਚ ਹਵਾ ਬਾਹਰ ਨਿਕਲਦੀ ਜਾਵੇਗੀ ਘੰਟੀ ਦੀ ਧੁਨੀ ਮੱਧਮ ਹੁੰਦੀ ਜਾਵੇਗੀ। ਆਪਾਂ ਦੇਖਣਾ ਕਿ ਉੱਧਰ ਘੰਟੀ ਵੱਜ ਰਹੀ ਆ, ਜਿੱਦਾਂ ਜਿੱਦਾਂ ਹਵਾ ਕੱਢੀ ਜਾਂਦੀ ਆ ਉਹਦੀ ਜਿਹੜੀ ਘੰਟੀ ਦੀ ਆਵਾਜ਼ ਸਾਨੂੰ ਹੌਲੀ ਸੁਣਦੀ ਦਿਖਾਈ ਦੇਵੇਗੀ, ਅਤੇ ਜਦੋਂ ਪੂਰੀ ਧੁਨੀ ਵਿੱਚੋਂ ਬਾਹਰ ਨਿਕਲ ਜਾਵੇਗੀ ਤਾਂ ਅਵਿਰਤੀ ਦੀ ਜਿਹੜੀ ਧੁਨੀ ਆ ਨਾ ਮਾਤਰ ਹੀ ਸੁਣਾਈ ਦਿੰਦੀ ਹੈ। ਆਪਾਂ ਬਹੁਤ ਘੱਟ ਅੱਬਲ ਤਾਂ ਸੁਣਦੀ ਨਹੀਂ, ਕਿਉਂਕਿ ਹਲਕੀ ਜਿਹੀ ਹਵਾ ਪੂਰਨ ਤੌਰ 'ਤੇ ਨਹੀਂ ਪੂਰੀ ਨਿਕਲਦੀ। ਜੇਕਰ ਪੂਰੀ ਚੰਗੀ ਤਰ੍ਹਾਂ ਹਵਾ ਨਿਕਲ ਜਾਵੇ, ਮਾਧਿਅਮ ਖਤਮ ਹੋ ਜਾਏ, ਤਾਂ ਫਿਰ ਸਾਨੂੰ ਆਵਾਜ਼ ਬਿਲਕੁਲ ਸੁਣਾਈ ਨਹੀਂ ਦਿੰਦੀ, ਪਰ ਬਿਲਕੁਲ ਘੱਟ ਨਾ ਮਾਤਰ ਹੀ ਸੁਣਾਈ ਦਿੰਦੀ ਆ, ਕਿਉਂਕਿ ਥੋੜ੍ਹੀ ਬਹੁਤ ਹਵਾ ਰਹਿ ਜਾਂਦੀ ਹੈ ਵਿੱਚ। ਇਸ ਕਰਕੇ ਇਸ ਤੋਂ ਸਿੱਧ ਹੁੰਦਾ ਹੈ ਕਿ ਖਲਾ ਵਿੱਚ ਕੋਈ ਵੀ ਧੁਨੀ ਸੁਣਾਈ ਨਹੀਂ ਦਿੰਦੀ ਅਤੇ ਧੁਨੀ ਨੂੰ ਚੱਲਣ ਲਈ ਮਾਧਿਅਮ ਦੀ ਲੋੜ ਹੁੰਦੀ ਹੈ। ਪ੍ਰਸ਼ਨ ਨੰਬਰ 4, ਧੁਨੀ ਨੂੰ ਲੰਬੇ ਦਾ ਜਾਂ ਲੌਂਗੀਟਿਊਡਿਨਲ ਤਰੰਗ ਕਿਉਂ ਕਹਿੰਦੇ ਹਨ। ਕਿਉਂਕਿ ਧੁਨੀ ਤਰੰਗ ਵਿੱਚ ਮਾਧਿਅਮ ਦੇ ਕਣ ਧੁਨੀ ਦੀ ਗਤੀ ਦੇ ਸਮਾਨ ਅੰਤਰ ਦਿਸ਼ਾ ਵਿੱਚ ਕੰਪਨ ਕਰਦੇ ਹਨ। ਭਾਵ ਅੱਗੇ ਤੋਂ ਅੱਗੇ ਸਮਾਨ ਅੰਤਰ ਦਿਸ਼ਾ ਦੇ ਵਿੱਚ ਅਗਰ ਮਾਧਿਅਮ ਦੇ ਕਣ ਗਤੀ ਕਰਦੇ ਆ ਤਾਂ ਉਹਨੂੰ ਕਹਿੰਦੇ ਆਪਾਂ ਲੌਂਗੀਟਿਊਡਿਨਲ ਤਰੰਗ। ਪ੍ਰਸ਼ਨ ਨੰਬਰ 5, ਧੁਨੀ ਦਾ ਕਿਹੜਾ ਗੁਣ ਕਿਸੇ ਹਨੇਰੇ ਕਮਰੇ ਵਿੱਚ ਹੋਰ ਸਾਥੀਆਂ ਨਾਲ ਬੈਠੇ ਤੁਹਾਡੇ ਮਿੱਤਰ ਦੀ ਆਵਾਜ਼ ਪਹਿਚਾਨਣ ਵਿੱਚ ਤੁਹਾਡੀ ਮਦਦ ਕਰਦਾ ਹੈ। ਧੁਨੀ ਦੀ ਗੁਣਵੱਤਾ ਭਾਵ ਟਿੰਬਰ, ਭਾਵ ਤਿੱਖਾਪਨ ਅਤੇ ਉੱਚਾਪਨ, ਤਿੰਨ ਚੀਜ਼ਾਂ ਹੈ ਧੁਨੀ ਦੀ ਗੁਣਵੱਤਾ ਜਿਹੜੀ ਆ। ਧੁਨੀ ਦੀ ਗੁਣਵੱਤਾ,
ਟਿੰਬਰ ਜਿਹਨੂੰ ਕਹਿੰਦੇ ਤੇ ਤਿੱਖਾਪਨ ਅਤੇ ਉੱਚਾਪਨ। ਇਹ ਤਿੰਨੋਂ ਚੀਜ਼ਾਂ ਜਿਹੜੀ ਸਾਨੂੰ ਆਵਾਜ਼ ਪਹਿਚਾਨਣ ਵਿੱਚ ਮਦਦ ਕਰਦਾ ਹੈ। ਪ੍ਰਸ਼ਨ ਨੰਬਰ 6, ਬੱਦਲ ਦੀ ਗਰਜ ਅਤੇ ਚਮਕ ਨਾਲ ਇੱਕੋ ਸਮੇਂ ਉਤਪੰਨ ਹੁੰਦੇ ਹਨ, ਪਰੰਤੂ ਚਮਕ ਦਿਖਾਈ ਦੇਣ ਦੇ ਕੁਝ ਸੈਕਿੰਡ ਬਾਅਦ ਗਰਜ ਸੁਣਾਈ ਦਿੰਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਕਿਉਂਕਿ ਆਪਾਂ ਦੇਖੋ ਜਿਹੜੀ ਧੁਨੀ ਦੀ ਚਾਲ ਆ, ਧੁਨੀ ਦੇ ਵਿੱਚ ਪ੍ਰਕਾਸ਼ ਦੀ ਚਾਲ ਆ, ਉਹ ਬਹੁਤ ਜ਼ਿਆਦਾ ਹੁੰਦੀ ਹੈ ਪ੍ਰਕਾਸ਼ ਦੀ ਚਾਲ, ਤੇ ਜਿਹੜੀ ਧੁਨੀ ਦੀ ਚਾਲ ਆ, ਆਵਾਜ਼ ਦੀ ਉਹ ਚਾਲ ਆ, ਸਾਊਂਡ ਦੀ ਚਾਲ ਆ, ਉਹ ਘੱਟ ਹੁੰਦੀ ਆ। ਇਸ ਕਰਕੇ ਪ੍ਰਕਾਸ਼ ਦੀ ਚਾਲ ਬਹੁਤ ਤੇਜ਼ ਹੁੰਦੀ ਹੈ, ਇਸ ਕਰਕੇ ਉਹ ਸਾਨੂੰ ਪਹਿਲੇ ਦਿਖਾਈ ਦਿੰਦਾ ਹੈ ਪ੍ਰਕਾਸ਼ ਬਿਜਲੀ ਦੀ ਗਰਜ ਦੇ ਸਮੇਂ, ਤੇ ਜਿਹੜੀ ਸਾਨੂੰ ਆਵਾਜ਼ ਆ ਉਹ ਦੇਰ ਬਾਅਦ ਸੁਣਾਈ ਦਿੰਦੀ ਹੈ ਕਿਉਂਕਿ ਉਸ ਦੀ ਚਾਲ ਘੱਟ ਹੈ। ਪ੍ਰਸ਼ਨ ਨੰਬਰ 7, ਕਿਸੇ ਵਿਅਕਤੀ ਦੀ ਔਸਤ ਸੁਣਨਯੋਗ ਸੀਮਾ 20 ਹਰਟਜ਼ ਤੋਂ 20 ਕਿਲੋ ਹਰਟਜ਼ ਭਾਵ ਕਿਲੋ ਹਰਟਜ਼ 20 ਕਿਲੋ ਹਰਟਜ਼ ਭਾਵ ਕਿ 20,000 ਹਰਟਜ਼, ਕਿਲੋ ਮਤਲਬ 1000 ਹੁੰਦਾ ਹੈ, ਇਸ ਕਰਕੇ 20,000 ਹਰਟਜ਼ ਹੈ, ਇਹਦਾ ਮਤਲਬ 20 kHz ਦਾ ਮਤਲਬ। ਇਹਨਾਂ ਆਵਿਰਤੀਆਂ ਦੇ ਲਈ ਧੁਨੀ ਤਰੰਗਾਂ ਦੀ ਤਰੰਗ ਲੰਬਾਈ ਪਤਾ ਕਰੋ। ਹਵਾ ਵਿੱਚ ਧੁਨੀ ਦਾ ਵੇਗ 344 ਮੀਟਰ ਪਰ ਸੈਕਿੰਡ ਆ, ਧੁਨੀ ਦਾ ਵੇਗ 344 ਮੀਟਰ ਪਰ ਸੈਕਿੰਡ ਆ। ਆਵਿਰਤੀ ਕਿੰਨੀ ਦੱਸੀ ਆਪਾਂ? 20 ਹਰਟਜ਼ ਆ, ਤੇ ਤਰੰਗ ਲੰਬਾਈ ਜਿਹੜੀ ਆ ਉਹ ਸਾਡੀ ਆ 344 ਹੈ, ਤਾਂ ਆਪਾਂ ਦੋਨਾਂ ਲਈ ਅਲੱਗ-ਅਲੱਗ ਕੱਢਾਂਗੇ। ਠੀਕ ਹੈ, ਦੇਖੋ ਪਹਿਲੇ ਦੇ ਵਿੱਚ ਨਿਊਨਤਮ ਦੇ ਹਿਸਾਬ ਨਾਲ ਕੱਢੀ, ਫਿਰ ਆਪਾਂ ਅਧਿਕਤਮ ਦੇ ਹਿਸਾਬ ਨਾਲ ਕੱਢਿਆ। ਠੀਕ ਹੈ, ਤਰੰਗ ਲੰਬਾਈ ਪਤਾ ਕੀਤੀ ਆ, ਤੇ ਨਿਊਮੈਰੀਕਲ ਤੁਸੀਂ ਆਪਣੀ ਕਾਪੀ ਦੇ ਉੱਤੇ ਧਿਆਨ ਨਾਲ ਇਹਦੀ ਪ੍ਰੈਕਟਿਸ ਕਰ ਲੈਣੀ ਆ। ਪ੍ਰਸ਼ਨ ਨੰਬਰ 8, ਦੋ ਬੱਚੇ ਕਿਸੇ ਐਲੂਮੀਨੀਅਮ ਪਾਈਪ ਦੇ ਦੋਵੇਂ ਸਿਰਿਆਂ ਤੇ ਹਨ। ਇੱਕ ਬੱਚਾ ਪਾਈਪ ਦੇ ਸਿਰੇ ਦੇ ਪੱਥਰ ਨਾਲ ਸੱਟ ਮਾਰਦਾ ਹੈ, ਦੂਜੇ ਸਿਰੇ ਤੇ ਬੈਠੇ ਬੱਚੇ ਤੱਕ ਹਵਾ ਅਤੇ ਐਲੂਮੀਨੀਅਮ ਵਿੱਚੋਂ ਦੀ ਜਾਣ ਵਾਲੀ ਤਰੰਗਾਂ ਦੁਆਰਾ ਲਏ ਗਏ ਸਮੇਂ ਦਾ ਅਨੁਪਾਤ ਪਤਾ ਕਰੋ। ਹਵਾ ਵਿੱਚ ਧੁਨੀ ਦੀ ਚਾਲ ਜਿਹੜੀ ਹੁੰਦੀ ਹੈ ਬੇਟੇ 344 ਮੀਟਰ ਪੜ੍ਹੀ ਸੀ ਆਪਾਂ, ਤੇ ਐਲੂਮੀਨੀਅਮ ਵਿੱਚ ਜਿਹੜੀ ਆ ਧੁਨੀ ਦੀ ਚਾਲ ਆ, ਇਹ ਵੀ ਸਾਨੂੰ ਯਾਦ ਰੱਖ ਲਿਓ ਤੁਸੀਂ, ਕਿੰਨੀ ਆ? 6420 ਮੀਟਰ ਪਰ ਸੈਕਿੰਡ, ਕਿਉਂਕਿ ਸਮਾਂ ਚਾਲ ਦੇ ਉਲਟ ਅਨੁਪਾਤੀ ਹੁੰਦਾ ਹੈ, ਇਸ ਲਈ ਇਹਨਾਂ ਦੋਨਾਂ ਦਾ ਅਨੁਪਾਤ ਆਪਾਂ ਨਿਊਮੈਰੀਕਲ ਵਿੱਚ ਸੋਲਵ ਕੀਤਾ ਹੈ ਬੇਟੇ, ਦੇਖ ਲੈਣਾ, ਚੈੱਕ ਕਰ ਲਓ। ਪ੍ਰਸ਼ਨ ਨੰਬਰ 9, ਕਿਸੇ ਧੁਨੀ ਸਰੋਤ ਦੀ ਆਵਿਰਤੀ 100 ਹਰਟਜ਼ ਹੈ, 1 ਮਿੰਟ ਵਿੱਚ ਇਹ ਕਿੰਨੀ ਵਾਰ ਕੰਪਨ ਕਰੇਗਾ? 1 ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ਜਿਹੜੀ ਆ 100, ਤੇ 60 ਸੈਕਿੰਡ ਜਿਹੜੇ ਆ 1 ਮਿੰਟ ਵਿੱਚ ਹੁੰਦੇ ਆ, ਇਸ ਕਰਕੇ 1 ਮਿੰਟ ਦੇ ਵਿੱਚ 100 ਨੂੰ 60 ਨਾਲ ਕਰਾਂਗੇ ਮਲਟੀਪਲਾਈ ਤਾਂ ਆਏਗਾ 6000। 1 ਮਿੰਟ ਵਿੱਚ ਕੰਪਨਾਂ ਦੀ ਗਿਣਤੀ ਕਿੰਨੀ ਹੋ ਗਈ? 6000। ਪ੍ਰਸ਼ਨ ਨੰਬਰ 10, ਕੀ ਧੁਨੀ ਪਰਾਵਰਤਨ ਦੇ ਉਹਨਾਂ ਨਿਯਮਾਂ ਦਾ ਪਾਲਣ ਕਰਦੀ ਹੈ ਜਿਨ੍ਹਾਂ ਦਾ ਪਾਲਣ ਪ੍ਰਕਾਸ਼ ਦੀਆਂ ਤਰੰਗਾਂ ਕਰਦੀਆਂ ਹਨ? ਇਹਨਾਂ ਨਿਯਮਾਂ ਨੂੰ ਸਮਝਾਓ। ਉੱਤਰ ਹਾਂ, ਧੁਨੀ ਦੀ ਵੀ ਪ੍ਰਕਾਸ਼ ਦੇ ਪਰਿਵਰਤਨ ਦੇ ਨਿਯਮਾਂ ਦਾ ਪਾਲਣ ਕਰਦੀ ਆ। ਲਾ ਆਫ ਰਿਫਲੈਕਸ਼ਨ ਜਿਹੜੇ ਆ, ਕਿਉਂਕਿ ਉਹਦੇ ਵਿੱਚ ਪ੍ਰਕਾਸ਼ ਵਿੱਚ ਵੀ ਆਪਤਨ ਕੋਣ ਤੇ ਪਰਿਵਰਤਨ ਕੋਣ ਬਰਾਬਰ ਹੁੰਦੇ ਆ, ਤੇ ਇਹ ਧੁਨੀ ਦੇ ਵਿੱਚ ਵੀ ਆਪਤਨ ਕੋਣ ਪਰਿਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਆਪਤਿਤ ਕਿਰਨ ਦਰਪਣ ਦੇ ਆਪਤਨ ਬਿੰਦੂ ਉੱਪਰ ਲੰਬ ਅਤੇ ਪਰਿਵਰਤਨ ਕਿਰਨ ਸਾਰੇ ਇੱਕ ਤਲ ਵਿੱਚ ਹੁੰਦੇ ਹਨ, ਇਸ ਕਰਕੇ ਧੁਨੀ ਪਰਿਵਰਤਨ ਇਹਨਾਂ ਨਿਯਮਾਂ ਦਾ ਪਾਲਣ ਬਿਲਕੁਲ ਕਰਦੀ ਹੈ। ਪ੍ਰਸ਼ਨ ਨੰਬਰ 11, ਕਿਸੇ ਦੂਰ ਪਈ ਵਸਤੂ ਦਾ ਧੁਨੀ ਪਰਿਵਰਤਿਤ ਹੋਣ ਕਰਕੇ ਗੂੰਜ ਪੈਦਾ ਹੁੰਦੀ ਆ। ਮੰਨ ਲਓ ਧੁਨੀ ਸਰੋਤ ਅਤੇ ਪਰਿਵਰਤਿਤ ਸਤ੍ਹਾ ਦੂਰ ਪਈ ਵਸਤੂ ਵਿਚਕਾਰ ਦੂਰੀ ਸਥਿਤ ਰਹੇ ਤਾਂ ਕਿਸ ਦਿਨ ਗੂੰਜ ਜਲਦੀ ਸੁਣਾਈ ਦੇਵੇਗੀ? ਜਿਸ ਦਿਨ ਤਾਪਮਾਨ ਵੱਧ ਹੋਵੇਗਾ ਜਾਂ ਜਿਸ ਦਿਨ ਤਾਪਮਾਨ ਘੱਟ ਹੋਵੇਗਾ? ਇਸ ਦਾ ਉੱਤਰ ਹੈ ਅਗਲੇ ਪੇਜ ਤੇ ਦੇਖੋ। ਗੂੰਜ ਸਿਰਫ ਤਾਂ ਸੁਣਾਈ ਦਿੰਦੀ ਹੈ ਜੇਕਰ ਧੁਨੀ ਪੈਦਾ ਹੋਣ ਅਤੇ ਪਰਿਵਰਤਨ ਹੋਣ ਤੋਂ ਬਾਅਦ ਸੁਣਾਈ ਦੇਣ ਦਾ ਸਮਾਂ 0.01 ਸੈਕਿੰਡ ਤੋਂ ਵੱਧ ਹੈ। ਤਾਪਮਾਨ ਵਧਣ ਨਾਲ ਧੁਨੀ ਦੀ ਚਾਲ ਵੀ ਵੱਧ ਜਾਂਦੀ ਹੈ, ਇਸ ਲਈ ਧੁਨੀ ਜਲਦੀ ਪਰਿਵਰਤਿਤ ਹੋ ਕੇ ਆ ਜਾਂਦੀ ਹੈ। ਇਸ ਲਈ ਵੱਧ ਤਾਪਮਾਨ ਵਾਲੇ ਦਿਨ ਗੂੰਜ ਤਾਂ ਹੀ ਸੁਣਾਈ ਦੇਵੇਗੀ ਜੇਕਰ ਧੁਨੀ ਵਾਪਸ ਮੁੜ ਕੇ ਆਉਣ ਦਾ ਸਮਾਂ 0.01 ਸੈਕਿੰਡ ਤੋਂ ਵੱਧ ਹੋਵੇ ਤਾਂ। ਵੱਧ ਹੁੰਦਾ ਹੈ, ਇਸ ਕਰਕੇ ਸਾਨੂੰ ਫਿਰ ਹੀ ਜਿਹੜੀ ਧੁਨੀ ਆ ਮੁੜ ਕੇ ਵਾਪਸ ਸੁਣਾਈ ਦੇਵੇਗੀ। ਪ੍ਰਸ਼ਨ ਨੰਬਰ 12, ਧੁਨੀ ਤਰੰਗਾਂ ਦੇ ਪਰਿਵਰਤਨ ਦੇ ਦੋ ਵਿਹਾਰਕ ਉਪਯੋਗ ਲਿਖੋ। ਧੁਨੀ ਤਰੰਗਾਂ ਦੇ ਪਰਿਵਰਤਨ ਨਾਲ ਸਮੁੰਦਰ ਵਿੱਚ ਮੌਜੂਦ ਵਸਤੂਆਂ ਦੀ ਸਥਿਤੀ ਅਤੇ ਚਾਲ ਸੁਨਾਰ ਦੀ ਮਦਦ ਨਾਲ ਪਤਾ ਕੀਤੀ ਜਾ ਸਕਦੀ ਹੈ। ਸੁਨਾਰ ਮਤਲਬ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ, ਐਸਓ ਮਤਲਬ ਸਾਊਂਡ,
NA मतलब ਨੈਵੀਗੇਸ਼ਨ ਤੇ R मतलब ਰੇਂਜਿੰਗ। ਪ੍ਰਸ਼ਨ ਨੰਬਰ 13, 500 ਮੀਟਰ ਉੱਚੀ ਕਿਸੇ ਮੀਨਾਰ ਦੀ ਚੋਟੀ ਤੋਂ ਇੱਕ ਪੱਥਰ ਮੀਨਾਰ ਦੇ ਆਧਾਰ ਉੱਪਰ ਸਥਿਤ ਇੱਕ ਪਾਣੀ ਦੇ ਤਲਾਬ ਵਿੱਚ ਸੁੱਟਿਆ ਜਾਂਦਾ ਹੈ। ਪਾਣੀ ਵਿੱਚ ਇਸ ਦੇ ਡਿੱਗਣ ਦੀ ਧੁਨੀ ਚੋਟੀ ਉੱਤੇ ਕਦੋਂ ਸੁਣਾਈ ਦੇਵੇਗੀ? G ਬਰਾਬਰ ਹੁੰਦਾ ਹੈ, ਸਾਨੂੰ ਗੁਰੂਤਾਕਰਸ਼ਣ ਪ੍ਰਵੇਗ ਪਤਾ ਹੁੰਦਾ ਹੈ 10 ਮੀਟਰ ਪਰ ਸੈਕਿੰਡ ਸਕੁਅਰ ਅਤੇ ਧੁਨੀ ਦੀ ਚਾਲ 340 ਮੀਟਰ ਪਰ ਸੈਕਿੰਡ ਹੈ। ਇਹ ਸਾਨੂੰ ਬੇਟੇ ਵੈਸੇ ਵੀ ਯਾਦ ਚਾਹੀਦੀਆਂ। ਗੁਰੂਤਾਕਰਸ਼ਣ ਪ੍ਰਵੇਗ G 10 ਮੀਟਰ ਪਰ ਸੈਕਿੰਡ ਅਤੇ ਚਾਲ ਜਿਹੜੀ ਹੈ 340 ਮੀਟਰ ਪਰ ਸੈਕਿੰਡ। ਉੱਤਰ ਮੀਨਾਰ ਦੀ ਉਚਾਈ ਜਿੰਨੀ ਦਿੱਤੀ ਹੈ ਸਾਨੂੰ 500, ਗੁਰੂਤਾ ਪ੍ਰਵੇਗ ਸਾਡੇ ਕੋਲ 10 ਮੀਟਰ ਪਰ ਸੈਕਿੰਡ, ਉਹਦਾ 9.8 ਮੀਟਰ ਪਰ ਸੈਕਿੰਡ ਹੁੰਦਾ, ਪਰ ਆਪਾਂ ਰੂਟੀਨ 'ਚ ਨੂਮੈਰੀਕਲ 'ਚ ਯੂਜ਼ ਕਰਨ ਲਈ ਇਸ ਨੂੰ 10 ਮੀਟਰ ਪਰ ਸੈਕਿੰਡ ਕਹਿ ਦਿੰਦੇ ਹਾਂ। ਪੱਥਰ ਦੀ ਆਰੰਭਕ ਵੇਗ 0, U ਨਾਲ ਇਹਨੂੰ ਆਪਾਂ ਨੋਟ ਕਰਦੇ ਹਾਂ। ਗਤੀ ਦੀ ਸਮੀਕਰਨ S ਬਰਾਬਰ UT ਪਲੱਸ ਹਾਫ AT ਸਕੁਅਰ ਫਾਰਮੂਲਾ ਲਗਾਵਾਂਗੇ। ਇਹਦੇ ਵਿੱਚ ਆਪਾਂ ਜਦੋਂ ਵੈਲਿਊ ਪੁੱਟ ਕਰਾਂਗੇ ਤਾਂ ਦੇਖਦੇ ਕਿ ਟੀ ਸਕੁਅਰ ਬਰਾਬਰ ਸਾਡੇ ਕੋਲ 100 ਆ ਜਾਏਗਾ, ਤੇ ਇਸ ਕਰਕੇ ਸਮਾਂ ਜਿਹੜਾ ਟੀ ਬਰਾਬਰ ਆ ਜਾਊਗਾ 100 ਦਾ ਜਦੋਂ ਵਰਗਮੂਲ ਕੱਢਾਂਗੇ ਤੇ ਉਹ ਕਿੰਨਾ ਆ ਜਾਊਗਾ ਵਰਗਮੂਲ ਤੇ 10 ਸੈਕਿੰਡ। ਇਸ ਕਰਕੇ ਹੁਣ ਧੁਨੀ ਦਾ ਮੀਨਾਰ ਦੀ ਚੋਟੀ ਤੇ ਪਹੁੰਚਣ ਵਿੱਚ ਲੱਗਾ ਸਮਾਂ ਜਿਹੜਾ ਆ ਉਹ ਕਿੱਦਾਂ ਪਤਾ ਕਰਾਂਗੇ? ਦੇਖੋ 500 ਬਟਾ 340 1.47 ਸੈਕਿੰਡ, ਤੇ ਪੱਥਰ ਸੁੱਟਣ ਅਤੇ ਆਵਾਜ਼ ਸੁਣਨ ਵਿੱਚ ਲੱਗਾ ਸਮਾਂ ਉਹਦਾ ਆਪਾਂ ਉਹਦੇ ਵਿੱਚ ਜਿਹੜਾ 10 ਸੈਕਿੰਡ ਐਡ ਕਰਾਂਗੇ, ਹੈਗਾ 11.47 ਸੈਕਿੰਡ। ਪ੍ਰਸ਼ਨ ਨੰਬਰ 14, ਇੱਕ ਧੁਨੀ ਤਰੰਗ 339 ਮੀਟਰ ਪਰ ਸੈਕਿੰਡ ਦੀ ਚਾਲ ਨਾਲ ਚੱਲ ਸਕਦੀ ਹੈ। ਜੇਕਰ ਇਸ ਦੀ ਤਰੰਗ ਲੰਬਾਈ 1.5 ਮੀਟਰ ਹੋਵੇ ਤਾਂ ਤਰੰਗ ਦੀ ਆਵਰਤੀ ਕਿੰਨੀ ਹੋਵੇਗੀ? ਕੀ ਇਹ ਸੁਣਨਯੋਗ ਹੋਵੇਗੀ? ਉੱਤਰ ਧੁਨੀ ਦੀ ਚਾਲ ਬਰਾਬਰ ਹੁੰਦੀ ਹੈ 339 ਮੀਟਰ ਪਰ ਸੈਕਿੰਡ ਤੇ ਤਰੰਗ ਲੰਬਾਈ ਬਰਾਬਰ ਕਿੰਨੀ ਆ 1.5 ਮੀਟਰ, ਤੇ ਮੀਟਰ ਨੂੰ ਆਪਾਂ ਸੈਂਟੀਮੀਟਰ ਆ ਤੇ ਸੈਂਟੀਮੀਟਰਾਂ ਨੂੰ ਆਪਾਂ ਬਦਲ ਦੇਵਾਂਗੇ ਮੀਟਰਾਂ ਵਿੱਚ, ਇਹ ਆ ਜਾਊਗਾ 0.015 ਮੀਟਰ। ਉੱਪਰ ਬੇਟੇ 1.5 ਸੈਂਟੀਮੀਟਰ ਕਰ ਲਿਓ, ਆਂਸਰ ਕੁਐਸਚਨ 'ਚ ਸ਼ਾਇਦ ਰਹਿ ਗਿਆ ਲਿਖਣ ਤੋਂ। ਇਸੇ ਤਰ੍ਹਾਂ ਅੱਗੇ ਵਿਰਤੀ ਆ ਗਈ V/λ ਭਾਵ ਚਾਲ ਵਟਾ ਧੁਨੀ ਦੀ ਚਾਲ ਬਟਾ ਉਸ ਦੀ ਤਰੰਗ ਲੰਬਾਈ, ਠੀਕ ਹੈ। ਤੇ ਇਹਦਾ ਆਂਸਰ ਆ ਗਿਆ, ਇਹਨੂੰ ਜਦੋਂ ਆਪਾਂ ਸੋਲਵ ਕੀਤਾ ਤੇ ਆ ਗਿਆ ਆਂਸਰ, ਲਿਖ ਲਓ, ਨੋਟ ਕਰ ਲਓ 22600 ਹਰਟਜ਼। ਇਹ ਧੁਨੀ ਸੁਣਨਯੋਗ ਨਹੀਂ ਹੈ ਕਿਉਂਕਿ ਇਸ ਦੀ ਵਿਰਤੀ ਕਿੰਨੀ ਹੋ ਗਈ ਸਾਡੇ ਕੰਨਾਂ ਦੇ, ਭਾਵ ਕਿ 20,000 ਹਰਟਜ਼ ਤੋਂ ਵੱਧ। ਅਗਲਾ ਪ੍ਰਸ਼ਨ ਨੰਬਰ 15, ਬਹੁਗੂੰਜ ਵਾਈਬ੍ਰੇਸ਼ਨ ਕੀ ਹੈ? ਇਸ ਨੂੰ ਕਿਵੇਂ ਪਤਾ ਕੀਤਾ ਜਾ ਸਕਦਾ ਹੈ? ਉੱਤਰ ਕਿਸੇ ਹਾਲ ਵਿੱਚ ਧੁਨੀ ਦਾ ਨਿਰੰਤਰ ਬਣੇ ਰਹਿਣਾ ਧੁਨੀ ਦੇ ਵਾਰ-ਵਾਰ ਪਰਿਵਰਤਨਾਂ ਦੇ ਕਾਰਨ ਹੁੰਦਾ ਹੈ। ਇਸ ਨੂੰ ਬਹੁਗੂੰਜ ਕਹਿੰਦੇ ਹਨ। ਬਹੁਗੂੰਜ ਨੂੰ ਘੱਟ ਕਰਨ ਲਈ ਛੱਤਾਂ ਦੀਆਂ ਦੀਵਾਰਾਂ ਉੱਪਰ ਧੁਨੀ ਸੋਖਕ ਪਦਾਰਥ ਜਿਵੇਂ ਨਪੀੜੇ ਹੋਏ ਫਾਈਬਰ ਬੋਰਡ, ਖੁਰਦਰਾ ਪਲਾਸਟਿਕ ਜਾਂ ਪਰਦੇ ਲਗਾਏ ਜਾਂਦੇ ਹਨ। ਪ੍ਰਸ਼ਨ ਨੰਬਰ 16, ਧੁਨੀ ਦੇ ਉੱਚੇਪਨ ਤੋਂ ਕੀ ਭਾਵ ਹੈ? ਇਹ ਕਿਹੜੇ ਕਿਹੜੇ ਕਾਰਕਾਂ 'ਤੇ ਨਿਰਭਰ ਕਰਦਾ ਹੈ? ਉੱਤਰ ਉੱਚਾਪਨ ਦੱਸਦਾ ਹੈ ਕਿ ਧੁਨੀ ਕਿਸੇ ਸਰੋਤ ਨੂੰ ਕਿੰਨੀ ਉੱਚੀ ਜਾਂ ਧੀਮੀ ਸੁਣਦੀ ਹੈ। ਉੱਚਾਪਨ ਧੁਨੀ ਦੇ ਆਯਾਮ ਉੱਤੇ ਨਿਰਭਰ ਕਰਦਾ ਹੈ ਤੇ ਉੱਚਾਪਨ ਦੀ ਇਕਾਈ ਡੈਸੀਬਲ ਹੈ। ਪ੍ਰਸ਼ਨ ਨੰਬਰ 17, ਚਮਗਾਦੜ ਆਪਣਾ ਸ਼ਿਕਾਰ ਫੜਨ ਲਈ ਪਰਾਧੁਨੀ ਦਾ ਉਪਯੋਗ ਕਿਵੇਂ ਕਰਦਾ ਹੈ? ਵਰਣਨ ਕਰੋ। ਚਮਗਾਦੜ ਦੁਆਰਾ ਛੱਡੀਆਂ ਗਈਆਂ ਪਰਾਧੁਨੀਆਂ ਸ਼ਿਕਾਰ ਪਤੰਗੇ ਆਦਿ ਨਾਲ ਟਕਰਾ ਕੇ ਵਾਪਸ ਆਉਂਦੀਆਂ ਹਨ ਤਾਂ ਇਹ ਪਰਿਵਰਤਿਤ ਧੁਨੀਆਂ ਚਮਗਾਦੜ ਦੇ ਕੰਨਾਂ ਤੱਕ ਪਹੁੰਚਦੀਆਂ ਹਨ ਅਤੇ ਇਸ ਤੋਂ ਚਮਗਾਦੜ ਸ਼ਿਕਾਰ ਦੀ ਸਥਿਤੀ ਅਤੇ ਸ਼ਿਕਾਰ ਦੀ ਕਿਸਮ ਦਾ ਪਤਾ ਲਗਾ ਲੈਂਦਾ ਹੈ। ਭਾਵ ਕਿ ਜਿਹੜਾ ਚਮਗਾਦੜ ਹੈ ਪਰਾਧੁਨੀਆਂ ਦੀ ਵਰਤੋਂ ਕਰਦਾ ਹੈ ਸ਼ਿਕਾਰ ਨੂੰ ਫੜਨ ਲਈ। ਪ੍ਰਸ਼ਨ ਨੰਬਰ 18, ਵਸਤੂ ਨੂੰ ਸਾਫ਼ ਕਰਨ ਲਈ ਪ੍ਰਸਰਵਣ ਧੁਨੀ ਦਾ ਉਪਯੋਗ ਕਿਵੇਂ ਕੀਤਾ ਜਾਂਦਾ ਹੈ? ਇਸ ਦਾ ਆਨਸਰ ਆ ਪਰਾਧੁਨੀ ਨੂੰ ਆਮ ਤੌਰ 'ਤੇ ਉਹ ਭਾਗਾਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਤੱਕ ਪਹੁੰਚਣਾ ਔਖਾ ਹੁੰਦਾ ਹੈ। ਜਿਹੜੀਆਂ ਵਸਤੂਆਂ ਨੂੰ ਸਾਫ਼ ਕਰਨਾ ਹੁੰਦਾ ਹੈ ਉਹਨਾਂ ਨੂੰ ਸਾਫ਼ ਕਰਨ ਵਾਲੇ ਘੋਲ ਵਿੱਚ ਰੱਖਿਆ ਜਾਂਦਾ ਹੈ। ਇਸ ਘੋਲ ਵਿੱਚੋਂ ਪ੍ਰਸਰਵਣ ਧੁਨੀਆਂ ਲੰਘਾਈਆਂ ਜਾਂਦੀਆਂ ਹਨ। ਉੱਚ ਆਵਰਤੀ ਦੇ ਕਾਰਨ ਧੂੜ, ਚਿਕਨਾਈ ਅਤੇ ਗੰਦਗੀ ਦੇ ਕਣ ਅਲੱਗ ਹੋ ਜਾਂਦੇ ਹਨ। ਇਸ ਕਰਕੇ ਖਾਸ ਕਰਕੇ ਪ੍ਰਸਰਵਣ ਜਿਹੜੀਆਂ ਧੁਨੀਆਂ ਆ ਉਹਨਾਂ ਨੂੰ ਹੀ ਜਿਹੜਾ ਆ ਆਪਾਂ ਸਾਫ਼ ਕਰਨ ਲਈ ਵਰਤਦੇ ਹਾਂ। ਪ੍ਰਸ਼ਨ ਨੰਬਰ 19, ਸੁਨਾਰ ਦੀ ਕਾਰਜ ਵਿਧੀ ਅਤੇ ਉਪਯੋਗ ਵਰਣਨ ਕਰੋ। ਬੇਟੇ ਉਹ ਡਾਇਆਗ੍ਰਾਮ ਦੇਖੋ।
ਆਪਾਂ ਸ਼ਿਪ ਤੋਂ ਦੇਖਣਾ ਹੁੰਦਾ, ਉੱਥੋਂ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ ਜਿਹੜਾ ਸਾਊਂਡ ਧੁਨੀਆਂ ਭੇਜਦੇ ਹਾਂ ਅਤੇ ਮੁੜ ਕੇ ਵਾਪਸ ਆਉਣ ਤੱਕ ਸੁਣਦੇ ਹਾਂ ਕਿ ਕਿੰਨਾ ਟਾਈਮ ਲੱਗਾ, ਤੇ ਉਹਦੇ ਹਿਸਾਬ ਨਾਲ ਆਪਾਂ ਦੂਰੀ ਜਾਂ ਉਹਦੇ ਵਿੱਚ ਕਿਹੜੇ ਪਦਾਰਥ ਆ ਜਾਂ ਕੀ ਚੀਜ਼ ਆ ਉਹ ਆਪਾਂ ਪਤਾ ਲਗਾ ਸਕਦੇ ਹਾਂ। ਭਾਵ ਸੋਨਾਰ ਮਤਲਬ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ ਤੋਂ ਬਣਿਆ ਹੈ। ਸੋਨਾਰ ਦੀ ਫੁੱਲ ਫਾਰਮ ਆ, ਯਾਦ ਕਰ ਲੈਣੀ। ਸੋਨਾਰ ਵਿੱਚ ਇੱਕ ਟਰਾਂਸਮੀਟਰ ਤਰੰਗਾ ਭੇਜਣ ਵਾਲਾ ਯੰਤਰ ਅਤੇ ਇੱਕ ਸੂਚਕ ਤਰੰਗਾ ਪ੍ਰਾਪਤ ਕਰਨ ਵਾਲਾ ਯੰਤਰ ਲੱਗੇ ਹੁੰਦੇ ਆ, ਤੇ ਕਿਸੇ ਜਹਾਜ਼ ਜਾਂ ਕਿਸ਼ਤੀ ਵਿੱਚ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ਇਸ ਤਰ੍ਹਾਂ ਉਹ ਸੰਦੇਸ਼ ਜਿਹੜੀ ਉਹ ਭੇਜੇ ਜਾਂਦੇ ਆ, ਤੇ ਸਾਨੂੰ ਫਿਰ ਉਹ ਇੱਕ ਰਿਸੀਵਰ ਦੁਆਰਾ ਉਹ ਪ੍ਰਾਪਤ ਹੁੰਦੇ ਆ, ਤੇ ਸਾਨੂੰ ਪਤਾ ਲੱਗ ਜਾਂਦਾ ਉਹਦੇ ਹਿਸਾਬ ਨਾਲ ਕਿੰਨਾ ਸਮਾਂ ਲੱਗਾ ਸਾਨੂੰ ਵਾਪਸ ਆਉਣ ਨੂੰ ਧੁਨੀ। ਉਸ ਹਿਸਾਬ ਨਾਲ ਆਪਾਂ ਕਿਸੇ ਵੀ ਚੀਜ਼ ਦੀ ਜਿਹੜੀ ਆ ਸਮੁੰਦਰ ਦੀ ਗਹਿਰਾਈ ਜਾਂ ਦੂਰੀ ਦਾ ਪਤਾ ਲਗਾ ਸਕਦੇ ਹਾਂ। ਇਸ ਵਿੱਚ ਦੇਖਦੇ ਹਾਂ ਜਿਹੜਾ ਟਰਾਂਸਮੀਟਰ ਆ ਉਹ ਪ੍ਰਾਪਤ ਧੁਨੀ ਤਰੰਗਾਂ ਉਤਪੰਨ ਕਰਦਾ ਹੈ ਤੇ ਛੱਡਦਾ ਹੈ। ਇਹ ਤਰੰਗਾਂ ਪਾਣੀ ਰਾਹੀਂ ਸਮੁੰਦਰ ਵਿੱਚ ਪਈ ਕਿਸੇ ਵਸਤੂ ਦੇ ਨਾਲ ਟਕਰਾ ਕੇ ਵਾਪਸ ਸੂਚਕ ਯੰਤਰ ਦੁਆਰਾ ਗ੍ਰਹਿਣ ਕਰ ਲਈਆਂ ਜਾਂਦੀਆਂ ਹਨ। ਸੋਨਾਰ D ਬਰਾਬਰ ਹੁੰਦਾ ਹੈ V/T/2 ਫਾਰਮੂਲੇ ਦੀ ਮਦਦ ਨਾਲ ਵਸਤੂ ਦੀ ਦੂਰੀ ਅਤੇ ਚਾਲ ਆਦਿ ਪਤਾ ਕਰ ਸਕਦੇ ਹਾਂ। ਇਹ ਫਾਰਮੂਲਾ ਲਗਾ ਕੇ ਆਪਾਂ ਸਵਾਲ ਕੱਢਾਂਗੇ ਅੱਗੇ ਨਿਊਮੈਰੀਕਲ। ਸੋਨਾਰ ਤਕਨੀਕ ਦਾ ਉਪਯੋਗ ਕਿਸ ਕੰਮ ਲਈ ਵਰਤਿਆ ਜਾਂਦਾ? ਦੇਖੋ ਬੇਟੇ, ਸਮੁੰਦਰ ਦੀ ਡੂੰਘਾਈ ਪਤਾ ਕਰਨ ਲਈ ਅਤੇ ਸਮੁੰਦਰ ਅੰਦਰ ਸਥਿਤ ਚਟਾਨਾਂ, ਘਾਟੀਆਂ, ਪਣਡੁੱਬੀਆਂ, ਬਰਫ਼ ਦੇ ਡੁੱਬੇ ਹੋਏ ਜਹਾਜ਼ ਆਦਿ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸੋਨਾਰ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 20, ਇੱਕ ਪਣਡੁੱਬੀ ਉੱਪਰ ਲੱਗਿਆ ਸੋਨਾਰ ਯੰਤਰ ਸੰਕੇਤ ਭੇਜਦਾ ਹੈ ਅਤੇ ਗੂੰਜ 5 ਸੈਕਿੰਡ ਬਾਅਦ ਗ੍ਰਹਿਣ ਕਰਦਾ ਹੈ। ਜੇਕਰ ਪਣਡੁੱਬੀ ਤੋਂ ਵਸਤੂ ਦੀ ਦੂਰੀ 3625 ਮੀਟਰ ਹੋਵੇ ਤਾਂ ਧੁਨੀ ਦੀ ਚਾਲ ਪਤਾ ਕਰੋ। ਉਹ ਆਪਾਂ ਦੱਸਿਆ ਹੀ ਤੁਹਾਨੂੰ ਫਾਰਮੂਲਾ। ਆਪਾਂ ਦੇਖੋ D ਬਰਾਬਰ ਪਹਿਲੇ ਦੂਰੀ ਪਤਾ ਕਰ ਲੈਣੀ ਹੈ, ਡਿਸਟੈਂਸ, ਤੇ ਉਸ ਤੋਂ ਬਾਅਦ ਉਸ ਦੀ ਚਾਲ ਪਤਾ ਕਰਨ ਲਈ ਫਾਰਮੂਲਾ ਲਗਾ ਦੇਣਾ ਹੈ। ਠੀਕ ਹੈ, ਤੇ ਉੱਪਰ ਦੂਰੀ ਸਾਨੂੰ ਦਿੱਤੀ ਹੋਈ ਹੈ, ਤੇ ਉਹਦੇ ਹਿਸਾਬ ਨਾਲ ਆਪਾਂ ਜਦੋਂ ਵੈਲਿਊ ਲਗਾਵਾਂਗੇ ਫਾਰਮੂਲਾ ਤਾਂ ਸਾਡਾ ਆਨਸਰ ਆਏਗਾ 1450 ਮੀਟਰ ਪਰ ਸੈਕਿੰਡ। ਪ੍ਰਸ਼ਨ ਨੰਬਰ 21, ਕਿਸੇ ਧੁਨੀ ਦੇ ਬਲਾਕ ਵਿੱਚ ਦੋਸ਼ਾਂ ਭਾਵ ਡਿਫੈਕਟਸ ਦਾ ਪਤਾ ਲਗਾਉਣ ਲਈ ਪ੍ਰਸਰਵਣ ਦਾ ਉਪਯੋਗ ਕਿਵੇਂ ਕੀਤਾ ਜਾਂਦਾ ਹੈ? ਵਰਣਨ ਕਰੋ। ਹਾਂਜੀ, ਇਸ ਦਾ ਉੱਤਰ ਪ੍ਰਸਰਵਣ ਜਾਂ ਪ੍ਰਧੁਨੀ ਤਰੰਗਾਂ ਧਾਤ ਦੇ ਬਲਾਕ ਵਿੱਚੋਂ ਲੰਘਾਈਆਂ ਜਾਂਦੀਆਂ ਹਨ ਅਤੇ ਆਰ-ਪਾਰ ਹੋਣ ਵਾਲੀਆਂ ਤਰੰਗਾਂ ਦਾ ਪਤਾ ਲਗਾਉਣ ਲਈ ਸੂਚਕ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ। ਜੇਕਰ ਥੋੜਾ ਜਿਹਾ ਵੀ ਨੁਕਸਾਨ ਹੁੰਦਾ ਹੈ ਤਾਂ ਪ੍ਰਧੁਨੀ ਤਰੰਗਾਂ ਪਰਿਵਰਤਿਤ ਹੋ ਜਾਂਦੀਆਂ ਹਨ ਅਤੇ ਬਲਾਕ ਵਿੱਚ ਦੋਸ਼ ਜਾਂ ਨੁਕਸ ਹੋਣ ਦਾ ਪਤਾ ਲੱਗ ਜਾਂਦਾ ਹੈ। ਜਿੱਥੇ ਕੋਈ ਨਾ ਕੋਈ ਪ੍ਰੋਬਲਮ ਹੋਊਗੀ ਬਲਾਕ ਦੇ ਵਿੱਚ, ਉਹ ਦੇਖੋ ਉੱਥੋਂ ਵਾਪਸ ਹੋ ਗਈਆਂ, ਜਿਹੜੀਆਂ ਸਿੱਧੀਆਂ ਨਿਕਲੀਆਂ ਉਹ ਇਹਦਾ ਮਤਲਬ ਜਿਹੜਾ ਆ ਸਾਡਾ ਬਲਾਕ ਸਹੀ ਆ, ਤੇ ਜਿੱਥੇ ਖਰਾਬੀ ਹੋਏਗੀ ਤਾਂ ਉੱਥੋਂ ਵਾਪਸ ਆ ਜਾਊਗੀਆਂ ਤੇ ਸਾਨੂੰ ਪਤਾ ਲੱਗ ਜਾਊਗਾ ਤੇ ਸੂਚਕ ਦੇ ਨਾਲ ਨਹੀਂ ਟਕਰਾਉਂਦੀਆਂ ਤੇ ਸਾਨੂੰ ਪਤਾ ਲੱਗ ਜਾਂਦਾ ਇੱਥੇ ਧੁਨੀਆਂ ਨਹੀਂ ਹੈ, ਇਹਦਾ ਮਤਲਬ ਉੱਥੋਂ ਉਸ ਹਿੱਸੇ ਦੇ ਵਿੱਚ ਖਰਾਬੀ ਹੈ। ਇਸ ਤਰ੍ਹਾਂ ਆਪਾਂ ਇਹਦੇ ਚੈੱਕ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 22, ਕਿਸੇ ਮਨੁੱਖੀ ਕੰਨ ਕਿਸ ਤਰ੍ਹਾਂ ਕੰਮ ਕਰਦਾ ਹੈ? ਵਰਣਨ ਕਰੋ। ਬੇਟੇ ਤੁਸੀਂ ਆਪਣੀ ਬੁੱਕ ਖੋਲੋ ਤੇ ਬੁੱਕ ਦੇ ਵਿੱਚ ਜਿਹੜਾ ਡਾਇਗਰਾਮ ਆ ਮਨੁੱਖੀ ਅੱਖ ਦਾ ਉਹ ਕੱਢ ਲਓ ਤੇ ਉਹਦੇ ਨਾਲ ਹਿਸਾਬ ਨਾਲ ਸਮਝਾਉਂਦੇ ਤੁਹਾਨੂੰ। ਕੰਨ ਦੇ ਪਿੰਨੇ ਦੁਆਰਾ ਇਕੱਠੀ ਕੀਤੀ ਧੁਨੀ ਕੰਨ ਨਾਲੀ ਵਿੱਚੋਂ ਦੀ ਗੁਜ਼ਰਦੀ ਹੈ। ਕੰਨ ਨਾਲੀ ਵੀ ਬਣੀ ਆ, ਠੀਕ ਆ, ਉਹਦੇ ਵਿੱਚ 3 ਹੱਡੀਆਂ ਹੁੰਦੀਆਂ ਹਨ। ਠੀਕ ਆ, ਕਿਸ ਤਰ੍ਹਾਂ ਕੰਨ ਦੇ ਵਿੱਚ ਇੱਕ ਪਰਦਾ ਹੁੰਦਾ ਹੈ ਤੇ ਜਿਹਦੇ ਨਾਲ ਉਹ ਟਕਰਾਉਂਦੇ ਆ, ਕਿਸ ਤਰ੍ਹਾਂ ਪੈਦਾ ਹੁੰਦੀ ਹੈ, ਤੁਸੀਂ ਇਹ ਡਾਇਗਰਾਮ ਨਾਲ ਦੇਖਦੇ ਜਾਓ। ਜਦੋਂ ਜਿਹੜੀ ਧੁਨੀ ਆ ਕੰਨ ਨਲੀ ਵਿੱਚੋਂ ਗੁਜ਼ਰਦੀ ਹੋਈ ਨਲੀ ਦੇ ਸਿਰੇ ਉੱਪਰ ਲੱਗੀ ਪਤਲੀ ਝਿੱਲੀ ਭਾਵ ਕੰਨ ਦਾ ਡੋਲ ਵਿੱਚ ਕੰਪਨ ਪੈਦਾ ਕਰਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕੰਨ ਦਾ ਪੜਦਾ। ਕੰਨ ਦੇ ਮੱਧ ਭਾਗ ਵਿੱਚ ਲੱਗੀਆਂ 3 ਹੱਡੀਆਂ, ਹਥੌੜਾ ਜਿਹਨੂੰ ਕਹਿੰਦੇ ਹਥੌੜੀ, ਐਨਵਿਲ ਅਤੇ ਸਟ੍ਰਿਪ। 3 ਜੇ ਤੁਹਾਨੂੰ ਕੁਐਸਚਨ ਆ ਜਾਏਗਾ ਕੰਨ ਦੇ ਵਿਚਲੇ 3 ਹੱਡੀਆਂ ਦੇ ਨਾਮ ਇਹ ਆ ਕਿੱਥੇ ਹੁੰਦੇ? ਕੰਨ ਦੇ ਮੱਧ ਭਾਗ ਵਿੱਚ ਹੁੰਦੇ ਆ ਇਹ, ਤੇ ਕੰਪਨਾਂ ਨੂੰ ਕਈ ਗੁਣਾ ਵੱਡਾ ਕਰ ਦਿੰਦੀਆਂ ਨੇ। ਹੱਡੀਆਂ ਕੰਪਨਾਂ ਨੂੰ ਕਈ ਗੁਣਾ ਵੱਡਾ ਕਰ ਦਿੰਦੀਆਂ ਹਨ ਅਤੇ ਮੱਧ ਕੰਨ ਧੁਨੀ ਤਰੰਗਾਂ ਦੁਆਰਾ ਮਿਲਣ ਵਾਲੇ ਇਹ ਦਬਾਅ ਪਰਿਵਰਤਕਾਂ ਨੂੰ ਅੰਦਰਲੇ ਕੰਨ ਦੇ ਕੋਕਲੀਆ ਤੱਕ ਭਾਵ ਕੰਨ ਬਤਰਾ ਜਿਹਨੂੰ ਕੋਕਲੀਆ ਤੱਕ ਪਹੁੰਚਾ ਦਿੰਦਾ ਹੈ, ਜੋ ਧੁਨੀ ਨੂੰ ਬਿਜਲੀ ਸੰਕੇਤਾਂ ਕੋਕਲੀਆ ਜਿਹੜਾ ਹੈ ਇਹ ਕੰਨ ਦਾ ਅੱਗੇ ਧੁਨੀ ਸੰਕੇਤਾਂ ਨੂੰ ਬਿਜਲੀ ਸੰਕੇਤਾਂ ਵਿੱਚ ਬਦਲ ਦਿੰਦਾ ਹੈ ਅਤੇ ਇਹ ਬਿਜਲੀ ਇਲੈਕਟ੍ਰੀਕਲ ਜਿਹੜੇ ਆ ਇਲੈਕਟ੍ਰੀਕਲ ਜਿਹੜੇ ਸਿਗਨਲ ਆ ਉਹਨਾਂ ਨੂੰ ਸੰਕੇਤਾਂ ਨੂੰ ਸੁਣਨ ਤੰਤੂ ਭਾਵ ਬਾਡੀਦਾਰੀ ਨਰਵਸ ਦੁਆਰਾ ਸਾਡੇ ਬ੍ਰੇਨ ਤੱਕ ਦਿਮਾਗ ਤੱਕ ਪਹੁੰਚਾ ਦਿੰਦਾ ਹੈ ਅਤੇ ਦਿਮਾਗ ਇਹਨਾਂ ਧੁਨੀ ਦੇ ਰੂਪ ਵਿੱਚ ਸਾਡੀ ਵਿਆਖਿਆ ਕਰਦਾ ਭਾਵ ਦਿਮਾਗ ਨੂੰ ਰੀਡ ਕਰਦਾ ਹੈ ਕਿ ਕੀ ਸਾਨੂੰ ਕਿਹਾ ਗਿਆ ਹੈ ਤੇ ਕਿਹੜੀ ਆਵਾਜ਼ ਮਿਲੀ ਹੈ। ਆ ਦੇਖੋ ਕੰਨ ਦਾ ਜਿਹੜਾ ਮੇਨ ਭਾਗ ਦਿੱਤੇ ਹੋਏ ਮਤਲਬ ਵਾਰੀ ਕੰਨ ਤੇ
ਦੇਖੋ ਅੱਗੇ ਕੰਨ ਦੇ ਕੀ ਆ, ਬਾਹਰੀ ਕੰਨ ਤੋਂ ਬਾਅਦ 3 ਹੱਡੀਆਂ ਵਿੱਚ ਉਹ ਜਿਹੜੀਆਂ ਬਣੀਆਂ ਹੋਈਆਂ ਹੈ, ਹਥੌੜੀ, ਐਨਵਲ ਤੇ ਇਸੇ ਤਰ੍ਹਾਂ ਅੱਗੇ ਜਿਹੜੀਆਂ ਆ ਦੂਜੀਆਂ ਕੋਕਲੀਆ ਜਿਹਨੂੰ ਕਹਿੰਦੇ ਆ, ਕੰਨ ਬਤਨ ਤੇ ਵਿੱਚ ਸਟਰੇਪਾ ਜਿਹੜੇ ਸਰਵਣੀ ਸੁਖਮਨੀ ਜਿਹਨੂੰ ਨਾਲ, ਇਹ ਜਿਹੜੀਆਂ ਤਿੰਨੇ ਹੱਡੀਆਂ ਜਿਹੜੀਆਂ ਆ ਸਾਡੇ ਕਈ ਗੁਣਾ ਕੰਪਨ ਨੂੰ ਵਧਾ ਦਿੰਦੀ। ਜਿਹੜਾ ਬਾਹਰੋਂ ਕੰਪਨ ਆਇਆ ਸੀ ਤੇ ਇਹ ਅੱਗੇ ਜਾ ਕੇ ਕੋਕਲੀਆ ਦੇ ਨਾਲ ਜਿਹੜਾ ਆ, ਕੋਕਲੀਆ ਦੁਆਰਾ ਜਿਹੜਾ ਇਸ ਸੰਦੇਸ਼ਾਂ ਬਿਜਲੀ ਸੰਦੇਸ਼ਾਂ ਨੂੰ ਜਿਹੜਾ ਅੱਗੇ ਨਰਵਸ ਕੋਲ ਭੇਜ ਕੇ ਬਿਜਲਈ ਸੰਕੇਤਾਂ ਵਿੱਚ ਬਦਲ ਦਿੱਤਾ ਜਾਂਦਾ ਹੈ ਅਤੇ ਸਾਡਾ ਉਹਨਾਂ ਨਰਵਸ ਰਾਹੀਂ ਸਾਡਾ ਜਿਹੜਾ ਅੱਗੇ ਇਹ ਸਾਡੇ ਬ੍ਰੇਨ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਤੇ ਇਹ ਡਾਇਗਰਾਮ ਤੁਹਾਨੂੰ ਜਿਹੜੀ ਪ੍ਰੈਕਟਿਸ ਕਰ ਲੈਣੀ ਹੈ ਤੇ ਕਾਪੀ ਦੇ ਉੱਤੇ ਬਣਾ ਕੇ ਚੈੱਕ ਕਰੋ, ਦੇਖੋ ਇਹ ਤੁਹਾਨੂੰ ਡਾਇਗਰਾਮ ਜ਼ਰੂਰ ਬਣਾਉਣਾ ਆਉਣਾ ਚਾਹੀਦਾ। ਡਾਇਗਰਾਮ ਬਣਾਉਣਾ ਆ ਸਕਦਾ ਹੈ ਐਗਜ਼ਾਮ ਦੇ ਵਿੱਚ। ਸੋ ਡੀਅਰ ਸਟੂਡੈਂਟਸ, ਇਹ ਮੈਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜਿਹੜਾ ਇਹ ਲੈਸਨ ਆ ਦੇ ਕੁਐਸਚਨ ਆਨਸਰ ਚੰਗੀ ਤਰ੍ਹਾਂ ਸਮਝਾ ਸਕਾਂ, ਕਿਉਂਕਿ ਤੁਸੀਂ ਆਸਾਨੀ ਨਾਲ ਸੁਣ ਕੇ ਇਹਨਾਂ ਨੂੰ ਸਮਝ ਸਕਦੇ ਹੋ ਅਤੇ ਤੁਸੀਂ ਬਾਕੀ ਬੱਚਿਆਂ ਨਾਲ ਵੀ ਇਹ ਵੱਧ ਤੋਂ ਵੱਧ ਜਿਹੜਾ ਹੈ ਇਹਨਾਂ ਨੂੰ ਸ਼ੇਅਰ ਕਰਨਾ ਹੈ। ਅਤੇ ਜੇਕਰ ਕਿਸੇ ਬੱਚੇ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਤਾਂ ਕਿ ਤੁਹਾਨੂੰ ਨੈਕਸਟ ਜੋ ਵੀਡੀਓਜ਼ ਦਾ ਨੈਕਸਟ ਲੈਸਨ ਆਉਣ ਵਾਲੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾ ਸਕਣ। ਥੈਂਕ ਯੂ, ਆਲ ਦਾ ਬੈਸਟ।